ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਚਿੰਤਕ ਲੋਕ ਨੇ, ਜਿਹੜੇ ਫਿਕਰਮੰਦ ਲੋਕ ਨੇ, ਜਿਹੜੇ ਫਿਕਰ ਕਰਦੇ ਨੇ, ਚਿੰਤਾ ਕਰਦੇ ਨੇ, ਚਿੰਤਤ ਕਰਦੇ ਨੇ ਕਿ ਜੋ ਦਰਾੜਾਂ ਸਾਡੇ 'ਚ ਪੈਦਾ ਹੋ ਰਹੀਆਂ ਨੇ, ਜੋ ਲਕੀਰਾਂ ਸਾਡੇ ਵਿੱਚ ਖਿੱਚੀਆਂ ਜਾ ਰਹੀਆਂ ਨੇ, ਜੋ ਨਫ਼ਰਤਾਂ ਸਾਡੇ ਵਿੱਚ ਭਰੀਆਂ ਜਾ ਰਹੀਆਂ ਨੇ, ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾਵੇ ਤੇ ਅਸੀਂ ਕਿਵੇਂ ਇਕੱਠੇ ਹੋ ਸਕਦੇ ਹਾਂ। ਬੜਾ ਅਹਿਮ ਸਵਾਲ ਹੈ ਸਾਡੇ ਅੱਗੇ ਕਿ ਆਪਾਂ ਦੇਖਦੇ ਹਾਂ ਕਿ ਇੱਕ ਪਾਸੇ ਦੁਸ਼ਮਣ ਸਾਡਾ ਬੜਾ ਚਲਾਕ ਵੀ ਹੈ, ਮਕਾਰ ਵੀ ਹੈ, ਬੇਈਮਾਨ ਵੀ ਹੈ, ਜੋ ਲਗਾਤਾਰ ਸਾਡੇ ਤੇ ਹਰ ਪਾਸੋਂ ਸਾਨੂੰ ਘੇਰਾ ਪਾ ਰਿਹਾ। ਪਰ ਅਸੀਂ ਆਪ ਇੰਨੇ ਵੱਡੇ ਹੋਏ ਆ, ਇੰਨੇ ਟੁਕੜਿਆਂ ਦੇ ਵਿੱਚ ਅਸੀਂ ਪਾਟੇ ਹੋਏ ਆ ਕਿ ਅਸੀਂ ਇਕੱਠੇ ਹੋਣ ਦੀ ਬਜਾਏ ਦਿਨੋਂ ਦਿਨ ਮੈਨੂੰ ਲੱਗਦਾ ਹੈ ਪਾੜਾ ਜਿਹੜਾ ਵੱਧਦਾ ਤੁਰਿਆ ਜਾਂਦਾ। ਹੁਣ ਸੋਨੀ ਨੇ ਕਿਹਾ ਕਿ ਮਜ਼ਦੂਰਾਂ ਦਾ ਧਰਨਾ ਲੱਗਿਆ, ਸੰਗਰੂਰ ਦੇ ਵਿੱਚ ਵੀ ਲੱਗਿਆ, ਮਾਨਸਾ ਦੇ ਵਿੱਚ ਵੀ ਲੱਗਿਆ, ਤੁਸੀਂ ਆਏ ਕਿਉਂ ਨਹੀਂ? ਨਾ ਆਉਣ ਦੀ ਵਜ੍ਹਾ ਕੀ ਹੋ ਸਕਦੀ ਹੈ? ਨਾ ਆਉਣ ਦੀ ਵਜ੍ਹਾ ਤੁਹਾਨੂੰ ਮੈਂ ਦੱਸਣ ਲੱਗਿਆ। ਕਈ ਸੱਜਣਾਂ ਨਾਲ ਗੱਲ ਵੀ ਹੋਈ ਮੇਰੀ ਉੱਥੇ ਕਿ ਬਾਈ ਯਾਰ ਸਾਡਾ ਧਰਨਾ ਲੱਗਿਆ ਵਾ, ਤੁਸੀਂ ਆਓ। ਮੈਂ ਕਿਹਾ ਯਾਰ ਜਿੰਨਾ ਚਿਰ ਤੁਸੀਂ ਬੰਦਿਆਂ ਦਾ ਨਖੇੜਾ ਨਹੀਂ ਕਰਦੇ, ਜਿੰਨਾ ਚਿਰ ਤੁਸੀਂ ਉਹ ਬੰਦਿਆਂ ਨੂੰ ਪਾਸੇ ਨਹੀਂ ਕਰਦੇ, ਜਿਹੜੇ ਬੰਦੇ ਸਾਡੇ ਵਿੱਚ ਨਫ਼ਰਤਾਂ ਭਰ ਕੇ ਅੱਗ ਲਾ ਰਹੇ ਨੇ, ਸਾਨੂੰ ਦਫਾੜ ਕਰ ਰਹੇ ਨੇ, ਮੈਂ ਉੱਥੇ ਆਉਣਾ ਮੁਨਾਸਬ ਨਹੀਂ ਸਮਝਦਾ। ਮੈਂ ਵੀ ਉਸ ਸਟੇਜ ਤੋਂ ਬੋਲਾਂ, ਉਹ ਬੰਦੇ ਵੀ ਉਸ ਸਟੇਜ ਤੋਂ ਬੋਲਣਾ ਜਿਨ੍ਹਾਂ ਨੇ 24 ਘੰਟੇ ਸੋਸ਼ਲ ਮੀਡੀਆ ਦੇ ਉੱਤੇ ਬੈਠ ਕੇ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਨੇ। ਜੱਟਾਂ ਨੂੰ ਗਾਲਾਂ ਕੱਢੀ ਜਾਂਦਾ, ਕੋਈ ਏਸੀਆਂ ਨੂੰ ਗਾਲਾਂ ਕੱਢੀ ਜਾਂਦਾ, ਮਜਬੀ ਸਿੱਖਾਂ ਨੂੰ, ਉਦਾਸੀਆਂ ਸਿੱਖਾਂ ਨੂੰ। ਅੱਡੋ ਅੱਡੀ ਆਪਾਂ ਮਾਹੌਲ ਪਿਛਲੇ 5-4 ਸਾਲਾਂ ਤੋਂ ਦੇਖ ਰਹੇ ਹਾਂ। ਅਸੀਂ ਉਹ ਜਾਲ ਦੇ ਵਿੱਚ ਫਸਦੇ ਤੁਰੇ ਜਾ ਰਹੇ ਹਾਂ, ਜਿਹੜਾ ਜਾਲ ਸਾਡੇ ਦੁਸ਼ਮਣ ਨੇ ਸਾਨੂੰ ਫਸਾਉਣ ਦੇ ਲਈ ਬਣਿਆ। ਇਸ ਕਰਕੇ ਸਮਝਣ ਦੀ ਲੋੜ ਹੈ। ਉਹਨਾਂ ਲੋਕਾਂ ਨੂੰ ਪਹਿਲਾਂ ਨਖੇੜੋ ਜਿਹੜੇ ਲਗਾਤਾਰ ਅਸੀਂ ਪ੍ਰਾਪੇਗੰਡਾ ਕਰਦੇ ਹਾਂ। ਮੈਂ ਮੰਨਦਾ ਕਿ ਇੱਥੇ ਇੱਕ ਜਿਵੇਂ ਬ੍ਰਾਹਮਣਵਾਦ ਦਾ ਨਾਂ ਦਿੰਦੇ ਆ ਕਿ ਬ੍ਰਾਹਮਣਵਾਦ ਜੀ ਨੇ ਸਾਨੂੰ ਜਾਤਾਂ ਦੇ ਵਿੱਚ 6743 ਜਾਤਾਂ 'ਚ ਵੰਡ ਕੇ ਸਾਡੇ ਤੇ ਅੱਜ 15% ਦੇ ਰਾਜ ਕਰ ਰਹੇ ਆ। ਉੱਥੇ ਇੱਕ ਸ਼ਬਦ ਆਇਆ ਜੱਟਵਾਦ। ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਕਿ ਇੱਕੋ ਸਮਾਂ ਸੀ, ਮੈਂ ਛੋਟਾ ਜਿਹਾ ਹੁੰਦਾ ਸੀ ਤਾਂ ਮੈਂ ਦੇਖਿਆ ਕਿ ਸਾਡੇ ਸੀਰੀ ਜਾਂ ਪਾਲੀ ਦਾ ਕੌਲਾ ਉਹ ਪਾਸੇ ਪਿਆ ਹੁੰਦਾ ਸੀ। ਇੱਕ ਮੈਥੋਂ ਵੱਡੀ ਉਮਰ ਦੇ ਬਜ਼ੁਰਗ ਬੈਠੇ, ਇਹਨਾਂ ਨੇ ਦੇਖਿਆ ਹੋਣਾ ਕਿ ਸੀਰੀ ਸਾਂਝੀ ਨੂੰ ਚੌਂਤਰੇ ਦੇ ਉੱਤੇ ਚੜ੍ਹਨ ਦੀ ਮਨਾਹੀ ਸੀ। ਜਿਹੜੇ ਤੌੜੇ ਦੇ ਵਿੱਚੋਂ ਇੱਕ ਜੱਟ ਪਾਣੀ ਪੀਂਦਾ ਸੀ, ਉਹਦੇ ਵਿੱਚੋਂ ਮਨਾਹੀ ਸੀ। ਇਹ ਸਮਾਂ ਰਿਹਾ, ਪਰ ਇਹ ਅੱਜ ਉਹ ਸਮਾਂ ਨਹੀਂ ਹੈ। ਅੱਜ ਸਾਨੂੰ ਇੱਕ ਹੋਣ ਦੀ ਲੋੜ ਹੈ, ਇਕੱਠੇ ਹੋਣ ਦੀ ਲੋੜ ਹੈ। ਉਹ ਜਿਹੜੀ ਮਨੂਵਾਦ ਦੀ ਅਸੀਂ ਗੱਲ ਕਰਦੇ ਹਾਂ, ਵਿਚਾਰਧਾਰਾ ਦੀ ਅਸੀਂ ਗੱਲ ਕਰਦੇ ਹਾਂ, ਉਹਦੇ ਵਿੱਚੋਂ ਨਿਕਲਣ ਦੀ ਲੋੜ ਹੈ। ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹੀ ਚੀਜ਼ ਸਿਖਾਈ ਹੈ ਕਿ ਅਸੀਂ ਇੱਕ ਕਿਵੇਂ ਹੋਣਾ ਹੈ। ਉਹ ਮਨੂਵਾਦ, ਉਹ ਬ੍ਰਾਹਮਣਵਾਦ ਦੇ ਖਿਲਾਫ ਜੋ ਸਾਡੇ ਗੁਰੂਆਂ ਨੇ ਲਿਖਿਆ, ਗੁਰਬਾਣੀ ਦੇ ਅੰਦਰ ਆਪਣੇ ਵਿਚਾਰ ਦਿੱਤੇ, ਲੋਕਾਂ ਨੂੰ ਜਗ੍ਹਾ ਤੇ ਜਾ ਕੇ ਉਹਨਾਂ ਨੇ ਸਮਝਾਇਆ, ਪ੍ਰਚਾਰ ਕੀਤਾ, ਉਹ ਇਹੀ ਸੀ। ਪਰ ਅੱਜ ਅਸੀਂ ਉਹ ਤੋਂ ਦੂਰ ਹੋ ਗਏ ਹਾਂ। ਕੋਈ ਵੀ ਬੰਦਾ ਨੇ ਜਿਹੜਾ ਆਪਣੇ ਮੂਲ ਦੇ ਨਾਲ, ਆਪਣੀਆਂ ਜੜ੍ਹਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਿਹਾ। ਆਪਾਂ ਹੱਲ ਦੀ ਗੱਲ ਕਰ ਰਹੇ ਹਾਂ ਕਿ ਹੱਲ ਕੀ ਹੋਵੇ। ਪਹਿਲੀ ਗੱਲ ਤਾਂ ਆਪਾਂ ਇਹ ਦਿਮਾਗ ਦੇ ਵਿੱਚੋਂ ਕੱਢੋ, ਆਪਾਂ ਇੱਕ ਦੂਜੇ ਨੂੰ ਗਾਲਾਂ ਕੱਢੀਆਂ, ਨਫ਼ਰਤ ਕਰਨੀ ਛੱਡੋ, ਗਾਲਾਂ ਕੱਢੀਆਂ ਛੱਡੋ। ਜਿਹੜਾ ਅੱਜ ਕੋਈ ਮਸਲਾ ਕਿਸੇ ਪਿੰਡ ਦੇ ਵਿੱਚ, ਮੈਂ ਕੱਲ ਪਰਸੋਂ ਸੋਨੀ ਨਾਲ ਗੱਲ ਕਰ ਰਿਹਾ ਸੀ, ਮੈਂ ਸੋਨੀ ਇੱਕ ਸੀਨੀ ਵਾਲੇ ਪਿੰਡ ਦਾ ਸਰਪੰਚ ਦਾ ਮਸਲਾ ਹੋਇਆ। ਮੈਂ ਕਿਹਾ ਇਹਨੂੰ ਆਪਾਂ ਜਾਤ ਨਾਲ ਨਾ ਜੋੜ ਕੇ ਦੇਖੋ ਕਿ ਇਹ ਬੰਦਾ ਐਸੀ ਹੈ, ਇਹਦੇ ਉੱਤੇ ਦੂਜੇ ਬੰਦੇ ਜ਼ੁਲਮ ਕਰ ਰਹੇ ਆ। ਉਹਦਾ ਜ਼ੁਲਮ ਦੇਖੋ, ਜੇ ਉਹਨੇ ਜ਼ੁਲਮ ਕੀਤਾ ਤਾਂ ਉਹਦਾ ਹੱਕਦਾਰ ਹੈ। ਪਰ ਜਦੋਂ ਆਪਾਂ ਹਰ ਗੱਲ ਨੂੰ ਜਾਤ ਨਾਲ ਜੋੜ ਦਾਂਗੇ, ਉੱਥੇ ਫਿਰ ਦੁਸ਼ਮਣ ਕਾਮਯਾਬ ਹੋ ਜਾਣ ਤੇ ਆਪਾਂ ਫੇਰ ਹੋ ਜਾਣਾ। ਤੁਸੀਂ ਬੈਠੇ ਹੋ, ਜੇ ਕੋਈ ਸਵਾਲ ਵੀ ਤੁਹਾਡੇ ਮਨ 'ਚ ਹੋਇਆ ਤਾਂ ਜਿਵੇਂ ਮੈਥੋਂ ਪਹਿਲਾਂ ਬੋਲਦਿਆਂ ਬੁਲਾਰੇ ਨੇ ਕਿਹਾ
कि जटवाद ते सवाल आया तो लखे नूं पुछना चाहुंदा भी सवाल का जवाब दे के जा। मैं कदे मुनकर नहीं होया कि जटवाद किसी दौर दे विच भारू रहा जां जटवाद का जुल्म जिहड़े एससी लोग ने उन्हां ने कदे झल्लिया। पर जे असीं उसे नूं अपना दुश्मन मन्नी जावांगे, जट ही साडा दुश्मन है, तां फिर जिहड़ा ब्राह्मण है, जिहड़ा मनुवादी है, जिहड़ा चाहुंदा है कि मैं इन्हां लोकां नूं कल्ले कल्ले नखेड़ के इन्हां नूं कुटना भी है, मारना भी है ते राज भी करना, वो लगातार अज दा नहीं कई सदियां तो लैके इत्थे कामयाब हो रहा है ते उन्हें हो ही जाना। हुण इत्थे पहलां बोलदिआं बदारे ने गल कीती कि जे राष्ट्रपति एक एससी भाईचारे चों लै लिया तां की उन्हां दे हालात बदल गए? जां अज दी आपां गल कर लो, उड़ीसा दे विचों कहंदे जी कबायली जिहड़े आदिवासी लोक ने उन्हां दे विचों एक बीबा है, ਉਹਨੂੰ राष्ट्रपति ਦੇ ਲਈ ਨਾਮਜ਼ਦ ਕੀਤਾ ਗਿਆ ਹੈ बीजेपी ਵੱਲੋਂ। ਜਾਂ ਆਪਾਂ ਇਸੇ ਹਲਕੇ ਦੀ ਗੱਲ ਕਰ ਲੈਂਦੇ ਆ, ਨਿਹਾਲ ਸਿੰਘ ਵਾਲੇ ਜਿੱਥੇ ਆਪਾਂ ਖੜੇ ਆ, ਇਹ ਵੀ ਐਸੀ ਰਾਖਵੀਂ ਹੈ ਸੀਟ ਹੈ ਜਿਹੜੀ। ਕੀ ਹਾਲਾਤ ਬਦਲ ਗਏ? ਨਹੀਂ ਬਦਲਨੇ। ਦੁਸ਼ਮਣ ਬੜਾ ਚਲਾਕ ਹੈ, ਦੁਸ਼ਮਣ ਨੇ ਸਾਨੂੰ ਸ਼ਰਾਬੇ ਦੇ ਵਿੱਚ ਲੈ ਕੇ ਆਉਣਾ ਹੈ ਕਿ ਆਹ ਦੇਖੋ ਜੀ ਤੁਸੀਂ ਕਹਿੰਦੇ ਆ ਅਸੀਂ ਐਸੀਆਂ ਦੇ ਖਿਲਾਫ ਆ, ਅਸੀਂ ਮੂਲ ਵਾਸੀਆਂ ਦੇ ਖਿਲਾਫ ਆ, पर असीं तां तुहाडा सोच रहे हैं तुहाडा इदों पहलां किहने राष्ट्रपति लाया, असीं तुहाडे बंदे राष्ट्रपति लाते। चाहे इदों पहलां वाले गोंद की गल कर लो ते चाहे हुण जिहड़ी बीबा द्रौपदी आई है उड़ीसा तो उहदी गल कर लो। असल साडे नाल यही होना है ते साडे लोग चक्करां 'च भी आ रहे ने। हुण आम तौर ते गल हुंदी आ, इस गल दे उत्ते बड़ा विवाद खड़ा होया कि तूड़ी दा रेट जट्टां ने वधा दिता, जट जिम्मेवार या किसान जिम्मेवार है। मैं कहना जट की बजाय जब किसान कह लईए तो ज़्यादा बेहतर रहूगा, क्योंकि जमीनां कल्लियां जट्टां कोल नहीं हैगियां, जमीनां रमदासियां कोले भी, जमीनां मजहबी सिखां कोले भी, जमीनां होर जातां दे लोकां कोल भी हैगियां। तां तुहाडे कोल मैं पुछना चाहुंदा, तुसीं सारे अज चिंता करन वाले, फिकर करन वाले, चिंतित लोग इकट्ठे होए हो, की किसान जिम्मेवार है जो तूड़ी का रेट 1000 रुपया हो गया? सवाल है, मेरा जवाब जरूर दे। पर लगातार सोशल मीडिया के उत्ते आगे ही लाई गई कि ਇਹਦਾ किसान जिम्मेवार है, जट जिम्मेवार है। फैक्ट्रियां लग गई, फैक्ट्रियां ने सारी तूड़ी पराली जो भी पत्ता इकट्ठा होंगे, पत्ते पुत्ते भी सारे खरीदण लग गए उन्होंने करके। जे कदे किसान जिम्मेवार होंदा तो किसान अज तो 5 साल पहला, 10 साल पहला तूड़ी का रेट 100 रुपया, 90 रुपये, 60 रुपये क्वांटल है, उदों वधा लैंदा। मैं मानदा कि जिहड़े खेती करने वाले लोग ने पिंडां दे विच बैठे आ, हुण कई पिंडां दे विच झोने की लवाई नूं लैके मते पै गए, जां गुरद्वारिआं दे विच मसले खड़े हो जांदे आ कि इन्हां नूं भांडे नहीं देने। वो कौन लोग ने? वो चंद लोग ने, वो कड़म चौधरी ने। मेरे भी बहुत बारी सवाल होंदा मन दे विच आउंदा कि जे आपां गुरु ग्रंथ साहिब की गल करदे आ, आपां दसे गुरुआं की गल करदे आ, तां किते ना किते मेरे भी मन दे विच लड़कदी है गल कि जट्टां नूं ऐ लगदा भी बाबे साडे ही है, गुरु साडे ही है, ये गुरु ग्रंथ साहिब साडा ही है। जदों भी गुरु ग्रंथ साहिब दे साडे गुरुआं ने सांझीवालता की गल कीती है, मानस की जात सभ्य की पहचान की गल कीती है, जंगां लड़ियां 6वें पातशाही ने, 10वें पातशाही ने। इन्हां जंगां युद्धां दे विच लड़न वाले कौन लोग सी? इत्थों दे दब्बे कुचले रताड़े लोग, दरकारे लोग, जिहड़े समाज ने इस सिमरती ने जिन्हां नूं नकार के रखिया सी। पर इत्थे वो कौन लोग ने? की अज आपां इत्थे ये फैसला करांगे कि जिहड़े बंदे सोशल मीडिया ते बैठ के, फेसबुकां ते बैठ के गालां कढदे एक दूजे नूं, उन्हां नूं नंगे करके लोकां दे सामने पेश करांगे कि आह लोग ने अग लाऊ जंतर ने, जिहड़े आह भड़काऊ जंतर ने, जिहड़े लगातार लोकां दे विच दराड़ां खड़ियां कर रहे हैं। अज तो मैं अज नहीं गल बोल रहा, अज तो 3 साल पहला मैं फगवाड़े बोलिया सी। ये गल जिहड़ी मैं हमेशा सांझी करदा हुंदा कि मेरे घर की कहानी है कि एक बजुर्ग दारा सिंह नाम का सरपंच भी है, मेरे पिंड का 2 बारी रहा है। 28 साल मेरे दादे नाल सीर कट गया
मेरे दादे को 10 किल्लियां तो 15 किल्ले बन गए, 20 किल्ले बन गए, पर वो इंसान अज भी उस तरह की रोटी खाता है, उस तरह के घर दे विच रहिंदा है, उस तरह ही दिहाड़ी करता है। उहदे हालात क्यों नहीं बदले जो कि दिन रात उन्हें भी मेहनत चौगनी की होनी है। तो जिम्मेवार कौन है? लोग ये जिम्मेवार वही लोग ने जिहड़े 15% लोग, जे 3% आप ब्राह्मण की गल करते हैं, 3% आप खतरी की गल करते हैं, तो बाकी 9% वो लोग होने ने जिन्होंने आप बहस कह देंगे। जिवें इन्हां दे हिसाब नाल आपां गल करते हैं, अपनी ही गल मैं करता, वैसे आप सारे कहने भी असीं इस धरती के मूल निवासी हैं, असल हकदार असल मालक इस धरती के असीं हां। पर उन्होंने सानू की समझिया, चार जी वर्ण वंड हुई भी है जिवें चल रहा है इस मुल्क के अंदर, उही आपां सूदरां च ही आ जाते हैं। वो फिर चाहे जट होवे ते चाहे मजबी, चाहे रमदासगढ़, चाहे कोई भी होवे। ते असीं कदे पहल कीती? असीं कदे पहल कीती भी जदों असीं कोई फार्म भरदे आ उत्थे असीं इह क्यों लिखदे आ जट सिख, मजबी सिख, रमदासिया सिख? जिथे सिख आ गया जात खत्म हो गई। असीं कदे आवाज नहीं बुलंद कीती भी असीं फार्म भरांगे ते फार्म ते जे लिखना सिख ही लिखांगे। तो इस करके सानू अज समझण दी लोड़ है असल आपां कहने हल की है। गल्लां मेरे वर्गे मैं भी बोलूंगा, होर बुलारे भी बोल के गए, सारे बोल के आपां बैठ जाएंगे, विचार चर्चा हो जानी है, लोगों ने सुन के घर में चले जाना। हल की है जिहड़ा मैनूं लगदा कि हल की है, पहली गल तां सानू साडे दुश्मन बारे पता होना चाहिए कि साडा दुश्मन है कौन। असीं हाले तक इन्ना प्रचार कर लिया, साडे दुश्मन बारे लोकां तक अपने तक गल ही नहीं पहुंचा सके कि साडा असल दुश्मन कौन है, वो किहड़ी उहदी चाल है, किहड़ी उहदी साजिश है जिहदे नाल सानू वंडिया होया वख-वख टुकड़ियां दे विच। सब तो पहला काम तां इह है कि दुश्मन नूं पहचान के वो दुश्मन के खिलाफ अपने लोकां दे विच गल प्रचारी जाए। दूजी गल आ जाती है कि सिर जोड़ के कदों बैठांगे, असीं इकट्ठे कदों होवांगे। असीं माड़ी माड़ी गल ते वंडे जाने, छोटियां छोटियां गल्लां ते वंडे जाने, लकीरां खिच लैने, तलवारां खिच लैने, दीवारां खड़ियां कर लैने। सानू इकट्ठे होना पैना है, बैठ के जिवें अज इकट्ठे होए हैं, अज आपां विचार चर्चा करने इकट्ठे होए हैं, अज आपां चिंता करने इकट्ठे होए हैं, अज आपां इह समस्यावां दा हल कढण लई इकट्ठे होए हैं। ਇਹ ਜਿਹੜੀਆਂ ਗੱਲਾਂ ਨੇ, ਇਹ ਜਿਹੜੀਆਂ ਰਵਾਇਤਾਂ ਨੇ, ਇਹ ਬਹੁਤ ਸਮਾਂ ਪਹਿਲਾਂ ਤੁਰਨੀਆਂ ਚਾਹੀਦੀਆਂ ਸੀ, ਪਹਿਲਾਂ ਨਹੀਂ ਤੁਰੀਆਂ। ਕਿਸਾਨਾਂ ਨੇ ਆਪਣਾ ਅੱਡ ਮੋਰਚਾ ਲਾਇਆ, ਮਜ਼ਦੂਰਾਂ ਨੇ ਆਪਣਾ ਅੱਡ ਮੋਰਚਾ ਲਾਇਆ, ਅੱਡੋ ਅੱਡੀ ਆਪਾਂ ਵੰਡੇ ਰਹੇ। ਹੁਣ ਇੱਕ ਇਹ ਕੋਸ਼ਿਸ਼ ਕਰਿਆ ਕਰੋ, ਇਹ ਖਿਆਲ ਰੱਖਿਆ ਕਰੋ ਕਿ ਜਿਹੜੇ ਬੰਦੇ ਅੱਜ ਬੋਲਦੇ ਆ ਸੋਸ਼ਲ ਮੀਡੀਆ 'ਤੇ ਜਾਂ ਕੋਈ ਟਿੱਪਣੀ ਕਰਦੇ ਆ, ਉਹਦੀ ਵੀ ਢੰਗਾਈ ਤੱਕ ਜਾ ਵੜਿਆ ਕਰੋ ਬੰਦਾ ਕੌਣ ਹੈ। ਉਹ ਸਟੇਟ ਦੇ ਬੰਦੇ ਨੇ, ਉਹ ਏਜੰਸੀਆਂ ਦੇ ਬੰਦੇ ਨੇ, ਉਹ ਇਸ ਵਿਚਾਰਧਾਰਾ ਵਾਲੇ ਲੋਕਾਂ ਦੇ ਬੰਦੇ ਨੇ। ਇੱਥੇ ਹਾਲਾਤ ਇਹ ਹੋਏ ਨੇ, ਇੱਥੇ ਜਿਹੜਾ ਵੀ ਬੰਦਾ ਅੱਜ ਗੱਲ ਕਰਦਾ ਆ ਕੇ ਕਿ ਮੈਂ ਮੇਰੇ ਭਾਈਚਾਰੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣਾ ਚਾਹੁੰਦਾ ਹੈ, ਮੈਂ ਇਹਨਾਂ ਸਮੱਸਿਆਵਾਂ ਤੋਂ ਉਹਨਾਂ ਨੂੰ ਨਿਜਾਤ ਦਿਵਾਉਣਾ ਚਾਹੁੰਦਾ ਹੈ, ਖੜਾ ਛਡਾਉਣਾ ਚਾਹੁੰਦਾ ਹੈ, ਉਹੀ ਬੰਦਾ ਜਦੋਂ ਕਿਤੇ ਨਾ ਕਿਤੇ ਕੋਈ ਪਿੰਡ ਦਾ ਸਰਪੰਚ ਵੀ ਬਣ ਜਾਂਦਾ, MLA ਬਣ ਜਾਂਦਾ, ਉਦੋਂ ਅੱਗੇ ਵੱਧਦਾ ਮੰਤਰੀ ਵੀ ਬਣ ਜਾਂਦਾ, ਨਾ ਉਹਦੇ ਲੋਕ ਯਾਦ ਰਹਿੰਦੇ ਨੇ, ਨਾ ਆਪਣਾ ਸਮਾਜ, ਨਾ ਭਾਈਚਾਰਾ, ਕੱਖ ਨਹੀਂ ਯਾਦ ਰਹਿੰਦਾ। ਕਿੰਨੇ ਬੰਦੇ ਇੱਥੇ ਆਏ ਆ, ਕਿੰਨੀਆਂ ਦੀਆਂ ਉਦਾਹਰਨਾਂ ਤੁਹਾਨੂੰ ਦੇ ਦਈਏ। ਉੱਠਦੇ ਆਈ ਆ ਉਹ ਧਰਨਿਆਂ ਦੇ ਵਿੱਚੋਂ, ਸੰਘਰਸ਼ਾਂ ਦੇ ਵਿੱਚੋਂ, ਲਹਿਰਾਂ ਦੇ ਵਿੱਚੋਂ ਉੱਠ ਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਅਖੀਰ ਦੇ ਉੱਤੇ ਜਾ ਕੇ ਉਸੇ ਮਨੂਵਾਦੀ ਸੋਚ ਦੇ ਧਾਰਨੀ ਹੋ ਕੇ ਉਹਦੇ ਅਧੀਨ ਆਪਣਾ ਘਰ ਭਰ ਲੈਂਦੇ ਆ, ਪਰ ਆਪਣੇ ਲੋਕਾਂ ਨੂੰ, ਆਪਣੇ ਸਮਾਜ ਨੂੰ, ਆਪਣੇ ਭਾਈਚਾਰੇ ਦੀਆਂ ਕੀ ਸਮੱਸਿਆਵਾਂ ਨੇ, ਉਹਦਾ ਕੀ ਹੱਲ ਕਰਨਾ ਹੈ, ਇਹ ਉਹਨਾਂ ਦੇ ਚੇਤੇ ਨਹੀਂ ਰਹਿੰਦਾ। ਇਹ ਹੋਣਾ ਅੱਜ ਵੀ ਆਈ ਹੈ, ਹੁਣ ਵੀ ਆਈ ਹੋਣਾ। ਜੇ ਸਾਨੂੰ ਕੋਈ ਵਹਿਮ ਹੈ, ਭੁਲੇਖਾ, ਤਾਂ ਤੁਸੀਂ ਦੇਖ ਲਿਓ ਇੱਥੇ ਹੁਣ ਜਿਹੜੇ ਵੱਡੇ ਤੁਸੀਂ ਇਕੱਠ ਕਰ ਲਓਗੇ, ਉਹਨਾਂ ਇਕੱਠਾਂ ਦੇ ਵਿੱਚੋਂ ਕੋਈ ਲੀਡਰ ਉੱਭਰ ਜਾਣਾ। ਉੱਭਰਿਆ ਹੋਇਆ ਲੀਡਰ ਨੇ ਕਿਤੇ ਨਾ ਕਿਤੇ ਪਰ ਸਾਡੇ ਹੱਕ ਨੇ ਜਿਹੜੇ ਫੇਰ ਜਾ ਕੇ ਉੱਥੇ ਵੇਚ ਦੇਣੇ ਆ। ਅਸੀਂ ਪਹਿਲਾਂ ਹੀ ਵਿਕਦੇ ਆਏ। ਤਾਂ ਮੈਂ ਜੇ ਪ੍ਰੋਫੈਸਰ ਗੁਰਨਾਮ ਸਿੰਘ ਦੀ ਗੱਲ ਆਪਾਂ ਕਰਦੇ ਹਾਂ ਤਾਂ ਮੈਂ ਉਹਨਾਂ ਨੂੰ ਪੜ੍ਹਿਆ ਵੀ ਆ।
ਤਾਂ ਪੜ੍ਹਨ ਤੋਂ ਬਾਅਦ ਮੈਂ ਇਕੱਲਾ ਪੜ੍ਹਿਆ ਨਹੀਂ, ਪੜ੍ਹਨਾ ਇੱਕ ਅਲੱਗ ਚੀਜ਼ ਹੁੰਦੀ ਹੈ। ਇੱਕ ਹੁੰਦਾ ਤੁਸੀਂ ਤੁਹਾਡਾ ਤਜਰਬਾ ਕੀ ਹੈ ਜ਼ਿੰਦਗੀ ਦਾ, ਤੁਹਾਡਾ ਪ੍ਰੈਕਟੀਕਲ ਕੀ ਆ। ਤਾਂ ਮੈਂ ਉਹ ਤਜਰਬਾ, ਮੈਂ ਪ੍ਰੈਕਟੀਕਲ ਮੈਂ ਨੇੜਿਓਂ ਹੰਢਾਇਆ ਲੋਕਾਂ ਦੇ, ਕਿਉਂਕਿ ਮੈਂ ਵੀ ਮੇਰਾ ਵਾਹ ਵਾਸਤਾ ਮੈਂ ਪਿੰਡ 'ਚ ਰਹਿੰਦਾ, ਉਹਨਾਂ ਗਰੀਬ ਤਬਕੇ ਦੇ ਲੋਕਾਂ ਨਾਲ ਆ ਜਿਨ੍ਹਾਂ ਕੋਲ 2 ਟਾਈਮ ਦੀ ਰੋਟੀ ਨਹੀਂ ਹੈਗੀ, ਇਲਾਜ ਕਰਾਉਣ ਨੂੰ ਪੈਸੇ ਨਹੀਂ, ਬਿਨਾਂ ਇਲਾਜ ਤੋਂ ਮਰ ਜਾਂਦੇ ਨੇ ਉਹ ਲੋਕ। ਤੇ ਇੱਕ ਪਾਸੇ ਮੈਂ ਉਹ ਲੋਕ ਵੀ ਦੇਖੇ, ਉਹ ਕਲਾਸ ਵੀ ਦੇਖੀ ਹੈ ਜਿਹੜੀ ਕਲਾਸ ਦੇ ਕੋਲੇ ਪਤਾ ਨਹੀਂ ਕਿੰਨਾ ਕੁ ਪੈਸਾ ਹੈ ਤੇ ਆਥਣ ਨੂੰ 15-20 ਲੱਖ ਰੁਪਈਆ ਉਹਨਾਂ ਦੇ ਹੋਟਲਾਂ ਦੇ ਖਾਣਿਆਂ ਦੇ ਬਿੱਲ ਬਣ ਜਾਂਦੇ ਆ, ਤੇ ਦੂਜੇ ਪਾਸੇ 1500 ਰੁਪਈਆ ਕਿਸੇ ਬੰਦੇ ਕੋਲੇ ਆਪਣੇ ਟੈਸਟ ਕਰਾਉਣ ਲਈ ਨਹੀਂ ਹੁੰਦਾ। ਤਾਂ ਮੈਂ ਉਹਨਾਂ ਦੇ ਜਿਹੜੇ ਦਰਦ ਨੇ ਬਹੁਤ ਨੇੜਿਓਂ ਦੇਖੇ ਨੇ, ਜਿਹਦੇ ਕਰਕੇ ਇਹ ਮੈਂ ਅੱਜ ਦਾ ਨਹੀਂ ਬੋਲਦਾ ਕਿ ਮੈਂ ਅੱਜ ਬੋਲਦਾ, ਮੈਂ ਬਹੁਤ ਸਮੇਂ ਦਾ ਗੱਲਾਂ ਦੇ ਖਿਲਾਫ ਪ੍ਰਚਾਰ ਕਰਦਾ ਔਰ ਬੋਲਦਾ ਰਿਹਾ ਕਿ ਜਿੰਨਾ ਚਿਰ ਸਾਡੇ ਵਿੱਚ ਏਕਾ ਨਹੀਂ ਹੋਊਗਾ। ਅਜੇ ਪਹਿਲਾਂ ਬੋਲਿਆ ਕਿ ਅਸੀਂ ਵੱਖ-ਵੱਖ ਆਪਣੀਆਂ ਸੰਸਥਾਵਾਂ ਖੜੀਆਂ ਕਰ ਲੈਂਦੇ ਹਾਂ, ਕੋਈ ਬੰਦਾ ਦੂਜੀ ਸੰਸਥਾ ਨਾਲ ਜੁੜਨ ਨੂੰ ਤਿਆਰ ਨਹੀਂ ਹੈਗਾ, ਕੋਈ ਬੰਦਾ ਉਹਦੇ ਨਾਲ ਚੱਲਣ ਨੂੰ ਤਿਆਰ ਨਹੀਂ ਹੈਗਾ। ਹਰ ਬੰਦੇ ਨੂੰ ਲੱਗਦਾ ਮੈਂ ਘੈਂਟ ਹਾਂ, ਮੈਂ ਸਹੀ ਹਾਂ ਆਪਣੀ ਜਗ੍ਹਾ ਤੇ, ਦੂਜਾ ਬੰਦਾ ਸਹੀ ਨਹੀਂ, ਦੂਜਾ ਬੰਦਾ ਗਲਤ ਹੈ, ਜਾਂ ਦੂਜਾ ਬੰਦਾ ਮੈਥੋਂ ਥੱਲੇ ਹੈ। ਤਾਂ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਵਿਚਾਰਨ ਦੀ ਲੋੜ ਹੈ। ਅੱਜ ਮੈਂ ਸੰਗਰੂਰ ਹਲਕੇ ਦੇ ਵਿੱਚ ਰਿਹਾ 10 ਦਿਨ, ਚੋਣਾਂ ਸੀਗੀਆਂ, ਮੈਂ ਉੱਥੇ ਵੀ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਕਿ ਜੇ ਕੋਈ ਇਹੋ ਜਿਹੀ ਘਟਨਾ ਆਉਂਦੀ ਹੈ, ਮੰਨ ਲਓ ਝੋਨੇ ਦੀ ਲਵਾਈ ਪਿੱਛੇ ਮਤਾ ਪੈ ਜਾਂਦਾ ਹੈ, ਭਾਂਡਿਆਂ ਦੇ ਪਿੱਛੇ ਕੋਈ ਮਤਾ ਪੈ ਜਾਂਦਾ, ਗੁਰਦੁਆਰੇ ਦੇ ਸੰਬੰਧ 'ਚ ਕੋਈ ਮਤਾ ਪੈ ਜਾਂਦਾ, ਤਾਂ ਉਹਨਾਂ ਬੰਦਿਆਂ ਨੂੰ ਨਿਖੇੜ ਕੇ ਬੇਸ਼ੱਕ ਕੋਈ ਪੰਜਾਬ ਪੱਧਰ ਦੇ ਉੱਤੇ ਇਹੋ ਜਿਹਾ ਕੋਈ ਸੰਸਥਾ ਬਣੇ, ਸੰਗਠਨ ਬਣੇ, ਕੋਈ ਲੋਕਾਂ ਦਾ ਏਕਾ ਬਣੇ ਕਿ ਜਿਹੜੇ ਪਿੰਡ ਦੇ ਵਿੱਚ ਇਹੋ ਜਿਹੀ ਘਟਨਾ ਹੁੰਦੀ ਹੈ ਉਹੋ ਜਿਹੇ ਬੰਦੇ ਨਿਖੇੜ ਕੇ ਲੋਕਾਂ ਦੇ ਸਾਹਮਣੇ ਲਿਆਓ, ਉਸ ਪਿੰਡ 'ਚ ਜਾਓ। ਸਾਰਾ ਪਿੰਡ ਨਹੀਂ ਇੱਕ ਪਾਸੇ ਹੁੰਦਾ, ਆਪਾਂ ਨੂੰ ਲੱਗਦਾ ਸਾਰਾ ਪਿੰਡ ਹੀ ਪਤਾ ਨਹੀਂ ਮਤਾ ਪਾਉਣ ਦੇ ਹੱਕ 'ਚ ਹੈ, ਕੋਈ ਚੰਦ ਬੰਦੇ ਹੁੰਦੇ ਨੇ, ਪਰ ਆਪਾਂ ਦੂਜੇ ਪਾਸੋਂ ਡਹਿ ਪੈਂਦੇ ਆ ਫਿਰ ਵੀ ਹਾਂ ਸਾਡੇ ਨਾਲ ਐ ਹੋ ਗਿਆ, ਸਾਡੇ ਨਾਲ ਹੋ ਗਿਆ। ਇਹ ਤਾਂ ਜਿੰਨਾ ਮਰਜ਼ੀ ਚੱਲੀ ਜਾਣਾ, ਇਹਦਾ ਵਧੂਗਾ ਕੰਮ। ਇਹਦੇ ਰਿਜ਼ਲਟ ਅੱਜ ਨਹੀਂ ਸਾਨੂੰ ਸਮਝ ਆਉਂਦੇ। ਇਹ ਇੰਨੀਆਂ ਨਫ਼ਰਤਾਂ ਜਾਂ ਇੰਨੀਆਂ ਲਕੀਰਾਂ ਸਾਡੇ ਵਿੱਚ ਡੂੰਘੀਆਂ ਹੋ ਜਾਣੀਆਂ ਨੇ ਕਿ ਸਾਨੂੰ ਰਿਜ਼ਲਟ 10 ਜਾਂ 15 ਸਾਲ ਬਾਅਦ ਪਤਾ ਲੱਗਣਾ ਕਿ ਇਹਦੇ ਰਿਜ਼ਲਟ ਨਤੀਜੇ ਕੀ ਨੇ। ਉਹ ਬੜੇ ਭਿਆਨਕ ਹੋਣੇ ਆ। ਅਸੀਂ ਆਪਸ ਵਿੱਚ ਹੀ ਇੱਕ ਦੂਜੇ ਨੂੰ ਮਾਰ ਕੇ ਖਤਮ ਹੋਣਾ, ਇਹ ਗੱਲ ਯਾਦ ਰੱਖਿਓ। ਤੇ ਦੁਸ਼ਮਣ ਨੇ ਬੈਠੇ ਨੇ ਹੱਸਣਾ ਕਿ ਉਹ ਦੇਖੋ ਮੈਨੂੰ ਤਾਂ ਕੁਝ ਕਰਨਾ ਹੀ ਨਹੀਂ ਪਿਆ, ਇਹ ਤਾਂ ਆਪਸ ਵਿੱਚ ਡਹਿ ਪਏ। ਸੋ ਇਸ ਗੱਲ ਲਈ ਸਾਨੂੰ ਅੱਜ ਸੋਚਣਾ ਬਣਦਾ। ਤੇ ਅੱਜ ਆਪਾਂ ਇਕੱਠੇ ਹੋਏ ਹਾਂ, ਜੇ ਸਵਾਲ ਹੈ ਤਾਂ ਮੈਂ ਫੇਰ ਕਹਿਣਾ, ਕੋਈ ਸਵਾਲ ਹੈ ਤਾਂ ਜ਼ਰੂਰ ਕਰਿਓ। ਹਾਂਜੀ ਹਾਂਜੀ ਮੈਂ ਹਾਂਜੀ ਸਰ, ਕੋਈ ਹੱਲ ਇਹਦਾ ਨਹੀਂ ਲੱਗਿਆ। ਮੈਨੂੰ ਲੱਗਦਾ ਆਪਾਂ ਦੁਨੀਆ ਨੂੰ ਨਾ ਸਮਝਾਉਣ ਤੇ ਲੱਗੇ ਹੋਏ ਵੀ ਐਂ ਕਰਨਾ ਚਾਹੀਦਾ, ਸਾਨੂੰ ਐਂ ਕਰਨਾ ਚਾਹੀਦਾ, ਸਾਨੂੰ ਐਂ ਕਰਨਾ ਚਾਹੀਦਾ। ਨਹੀਂ, ਬਿਲਕੁਲ ਇਹ ਹੱਲ ਨਹੀਂ ਹੋਣਾ, ਕਿਉਂਕਿ ਜਦੋਂ ਸੋਚੀ ਜਾਂਦੇ ਮੈਂ ਸਭ ਤੋਂ ਮੂਹਰੇ ਆ, ਕੋਈ ਨਹੀਂ ਕਹਿੰਦਾ ਵੀ ਮੈਂ ਮਾੜਾ ਬੰਦਾ, ਮੈਂ ਵਧੀਆ ਨਹੀਂ ਹੈਗਾ, ਮੈਂ ਪੜ੍ਹਿਆ ਲਿਖਿਆ, ਮੇਰੀ ਰੀਸ ਕੌਣ ਕਰੂਗਾ। ਕਿਉਂਕਿ ਸਾਨੂੰ ਆਪਣੇ ਆਪ ਨੂੰ ਜਿਹੜਾ ਸੁਧਾਰਨ ਦੀ ਜ਼ਰੂਰਤ ਆ ਵੀ ਮੈਂ ਇਹ ਮਾੜੇ ਕੰਮ ਨਹੀਂ ਕਰਨੇ, ਮੈਂ ਵਧੀਆ ਬਣਨਾ। ਜੇ ਸਾਰੇ ਲੋਕ ਆਪਣੇ ਆਪ ਨੂੰ ਸੁਧਾਰ ਲੈਣਗੇ, ਮੈਂ ਕਹਿੰਦੀ ਉਹ ਗੱਲ ਹੱਲ ਆ ਜਿਹੜਾ ਹੋ ਸਕਦਾ। ਜਿਵੇਂ ਹੁਣ ਚੂੜੇ ਆ, ਚਮਾਰ ਆ, ਕੁਛ ਵੀ ਜਿਹੜਾ ਕੁਛ ਕਹੀ ਜਾਂਦੇ ਆ। ਕੀ ਸਰ ਮੈਨੂੰ ਥੋਤੋਂ ਮਤਲਬ ਇਹ ਜਵਾਬ ਚਾਹੀਦਾ, ਕੀ ਤੁਸੀਂ ਇਹ ਕਹਿਣੋਂ ਹਟਾ ਸਕਦੇ ਹੋ? ਹਟਾ ਸਕਦੇ ਇਸ ਚੀਜ਼ ਨੂੰ ਕਹਿਣਾ ਤੁਸੀਂ? ਇਸ ਭੈਣ ਨੇ ਸਵਾਲ ਕੀਤਾ ਕਿ ਜੋ ਆਪਾਂ ਪਿੰਡਾਂ ਦੇ ਵਿੱਚ ਵਰਤਦੇ ਆ, ਕੋਈ ਨਹੀਂ ਭੈਣੇ ਖੜੀ ਆਪਾਂ ਇਹਨੂੰ ਹਟਾ ਸਕਦੇ ਕਿ ਆਪਾਂ ਇਹਨੂੰ ਹਟਾ ਸਕਦੇ। ਜੇ ਮੈਥੋਂ ਪੁੱਛੋਗੇ ਮੇਰੀ ਨਿੱਜੀ ਰਾਏ ਜਾਂ ਮੇਰੇ ਨਿੱਜੀ ਵਿਚਾਰ ਜਾਂ ਮੇਰੀ ਨਿੱਜੀ ਜ਼ਿੰਦਗੀ ਬਾਰੇ ਪੁੱਛੋਗੇ ਤਾਂ ਮੈਂ ਬਹੁਤ ਚਿਰ ਦਾ ਇਹਦੇ ਖਿਲਾਫ ਆਪਣੇ ਤੌਰ ਦੇ ਉੱਤੇ ਰੱਖ ਲਓ, ਜਾਂ ਮੈਂ ਬੋਲਿਆ ਵੀ ਹੈ, ਮੈਂ ਇਕੱਲੇ ਆਪਣੇ ਤੌਰ ਤੇ ਨਹੀਂ ਰੱਖਿਆ। ਕਿਹੜਾ ਬੰਦਾ ਮੈਂ ਮੰਨ ਲਓ ਮੈਂ ਜੱਟਾਂ ਦੇ ਘਰੇ ਪੈਦਾ ਹੋਇਆ ਤੇ ਮੈਂ ਅੱਜ ਜੱਟਵਾਦ ਸ਼ਬਦ ਵਰਤ ਰਿਹਾ, ਤੇ ਅੱਜ ਤੋਂ 3 ਸਾਲ ਪਹਿਲਾਂ ਜੇ ਮੈਂ ਫਗਵਾੜੇ ਗੱਲ ਕਹੀ ਸੀ ਕਿ ਯਾਰ ਜੇ ਮੇਰੇ ਬਾਪੂ ਨਾਲ 28 ਸਾਲ, ਮੇਰੇ ਦਾਦੇ ਨਾਲ 28 ਸਾਲ ਸੀਰ ਕਰਨ ਵਾਲਾ ਬੰਦਾ ਅੱਜ ਉਹੀ ਦਿਹਾੜੀ ਕਰਦਾ ਹੈ, ਤੇ ਫਿਰ ਸਾਡੇ ਤੇ ਉਹਨਾਂ 'ਚ ਫਰਕ ਕੀ ਰਹਿ ਗਿਆ? ਇਹ ਅੱਜ ਨਹੀਂ, ਮੈਂ 3 ਸਾਲ ਪਹਿਲਾਂ ਫਗਵਾੜੇ ਸਟੇਜ ਤੇ ਬੋਲ ਕੇ ਆਇਆ। ਮੈਂ ਅੱਜ ਵੀ ਜੇ ਗੱਲ ਕਹਿਣਾ ਕਿ ਜੱਟਾਂ ਦੇ ਧੌਣ 'ਚ ਕਿੱਲਾ ਹੈਗਾ ਜੱਟਵਾਦ ਦਾ, ਪਰ ਆਪਾਂ ਸਾਰਿਆਂ ਜੱਟਾਂ ਨੂੰ
ਆ ਜਾ ਭੈਣੇ ਆ ਜਾਓ, ਆਪਾਂ ਸਾਰਿਆਂ ਜੱਟਾਂ ਨੂੰ ਇੱਕੋ ਰੱਸੇ ਲਪੇਟ ਲਈਏ, ਆਪਾਂ ਇੱਕੋ ਹੀ ਸਾਰਿਆਂ ਨੂੰ ਇੱਕੋ ਵਾਢੇ ਲੈ ਲਈਏ ਵੀ ਨਹੀਂ ਸਾਰੇ ਹੀ ਮਾੜੇ ਹੁੰਦੇ ਆ, ਫਿਰ ਸਮੱਸਿਆ ਦਾ ਹੱਲ ਹੈ ਨਹੀਂ। ਹੁਣ ਇੱਥੇ ਭਾਈ ਸਾਹਿਬ ਬੈਠੇ ਨੇ ਜੈਤੋ ਵਾਲੇ, ਇਹ ਵੀ ਕਹਿੰਦੇ ਆ ਕਿ ਮੈਂ ਕਦੇ ਆਪਦੀ ਜਾਤ ਦੀ ਗੱਲ ਨਹੀਂ ਕੀਤੀ, ਮੈਂ ਦੱਸਿਆ ਨਹੀਂ ਕਿ ਮੈਂ ਕਿਹੜੀ ਕਾਸਟ ਚੋਂ, ਪਰ ਲੋਕ ਕਹਿੰਦੇ ਰਹਿੰਦੇ ਆ। ਤਾਂ ਬਹੁਤ ਲੋਕ ਜਿਹੜੇ ਸਮਝਦਾਰ ਨੇ, ਜਿਹੜੇ ਸਮਝਦੇ ਆ ਇਸ ਗੱਲ ਨੂੰ, ਕਿ ਮੈਂ ਮੰਨਦਾ ਇਹ ਗੱਲਾਂ ਆਮ ਤੌਰ ਤੇ, ਹੁਣ ਮੈਂ ਇਹ ਸ਼ਬਦ ਕਦੇ ਆਏ ਨਾ ਹੋਵੇ ਕੋਈ ਇਹਨੂੰ ਗਲਤ ਨਾ ਲੈ ਜਾਓ, ਆਮ ਤੌਰ ਤੇ ਹੁਣ ਉੱਤੇ ਮੈਂ ਬੋਲਿਆ ਇੱਕ ਸੰਗਰੂਰ ਦੇ ਪਿੰਡ ਜਖੇਪੁਰ ਦੇ ਵਿੱਚ ਇੱਕ ਮਾਈ ਬੈਠੀ ਆ ਥੱਲੇ, ਇੱਕ ਮੁੰਡਾ ਮੈਨੂੰ ਆ ਕੇ ਸਵਾਲ ਕਰਦਾ, ਉਹ ਕਹਿੰਦੀ 6000 ਭਾਲਦੇ ਆ, ਕਿੱਥੋਂ ਦੇਣਗੇ? ਇਹ ਮਾਨਸਿਕਤਾ ਹੈਗੀ ਆ, ਮੈਂ ਮੰਨਦਾ। ਹੁਣ ਇੱਕ ਉਹ ਬੜਾ ਕੌੜਾ ਸ਼ਬਦ ਆ, ਦਿਲ ਤੇ ਨਾ ਲਾ ਜਾਓ, ਮੈਂ ਕਹਿਣ ਲੱਗਿਆ ਆਮ ਤੌਰ ਤੇ ਪਿੰਡਾਂ ਦੇ ਵਿੱਚ ਢੇੜ ਕਹਿ ਦਿੰਦੇ ਆ, ਢੇੜ ਹੈਗਾ ਨਾ ਸ਼ਬਦ, ਹੈਗੇ ਨੇ। ਤਾਂ ਇਹ ਕੱਢਣੇ ਪੈਣੇ ਆ ਨਾ, ਕਿਵੇਂ ਕੱਢਾਂਗੇ? ਇਹ ਦਾ ਸਵਾਲ ਹੈ, ਇਹਦੇ ਵਿੱਚ ਇਕੱਠੇ ਹੋਏ ਆ ਕਿ ਅਸੀਂ ਕਿਵੇਂ ਕੱਢਾਂਗੇ ਸ਼ਬਦ। ਜਾਂ ਮੈਂ ਮਾਤੇ ਨੇ ਕਿਹਾ ਭੈਣ ਨੇ ਚੂੜੇ ਚਮਿਆਰ ਵਰਤਦੇ ਹੋ ਸ਼ਬਦ, ਜਾਂ ਢੇੜ, ਵੱਖਰੇ ਵੱਖਰੇ ਨਾਂ ਨੇ। ਸਲਾਬੀ ਕੌਮ ਹੁੰਦੀ ਹੈ ਜੀ, ਇਹ ਗਟਾਰ ਜਾਤ ਹੁੰਦੀ ਹੈ ਜੀ, ਇਹ ਕਿੱਥੋਂ ਆਏ ਸ਼ਬਦ? ਇਹ ਸ਼ਬਦ ਜੇ ਮੈਂ ਉਸ ਕਹਾਣੀ ਨੂੰ ਨਿੱਕੇ ਜਿਹੇ ਹੁੰਦੇ ਨੇ ਮਹਿਸੂਸ ਕੀਤਾ ਯਾਰ, ਕਿ ਯਾਰ ਮੇਰੇ ਦਾਦੇ, ਮੇਰੇ ਪਿਓ, ਮੇਰੇ ਪਰਿਵਾਰ ਦੇ ਅੰਦਰ ਵੀ ਉਹੀ ਖੂਨ ਹੈ ਜਿਹੜਾ ਇਸ ਇਨਸਾਨ ਦੇ ਅੰਦਰ ਹੈ, ਇਸ ਦਾ ਕੌਲਾ ਉੱਡੀ ਦੂਰ ਕਿਉਂ ਰੱਖਿਆ ਯਾਰ? ਤਾਂ ਮੈਂ ਉਦੋਂ ਮਹਿਸੂਸ ਕੀਤਾ ਤੇ ਜਦੋਂ ਮੈਨੂੰ ਸਮਝ ਪਈ ਕਹਾਣੀ ਦੀ, ਤੇ ਅੱਜ ਮੈਂ ਯਾਰ ਬੋਲਿਆ ਆ ਕੇ ਸਟੇਜ ਤੇ। ਆਪਦੇ ਘਰ ਦੀ ਕਹਾਣੀ ਕਿਹੜਾ ਦੱਸੂਗਾ ਯਾਰ, ਕਿ ਮੇਰੇ ਘਰ ਦੇ ਵਿੱਚ ਮੇਰਾ ਦਾਦਾ ਜਾਂ ਮੇਰਾ ਪਿਓ ਸਾਡੇ ਸੀਰੀ ਸਾਂਝੀ ਦਾ ਕੌਲਾ ਉੱਡੀ ਦੂਰ ਰੱਖ ਦਿੰਦਾ ਸੀ, ਉਹਨੂੰ ਚੌਂਤਰੇ ਤੇ ਚੁੱਲ੍ਹੇ ਤੇ ਕੱਢਣ ਦੀ ਆਗਿਆ ਨਹੀਂ ਸੀ। ਤਾਂ ਮੈਂ ਤਾਂ ਬੋਲ ਰਿਹਾ ਇਹ ਚੀਜ਼, ਇਹ ਹੱਲ ਇੱਥੇ ਹੀ ਖੜਾ ਹੈ। ਜੇ ਅਸੀਂ ਇਹਨੂੰ ਹੁਣ ਜਿਵੇਂ ਇਸ ਭੈਣ ਨੇ ਇੱਕ ਗੱਲ ਹੋਰ ਮੇਰੇ ਕੰਨੀ ਪਈ, ਇਹ ਭੈਣ ਕਹਿੰਦੀ ਵੀ ਇਹ ਮੇਰੇ ਤੇ ਮੈਂ ਹੰਢਾਇਆ। ਜਿਹੜੇ ਬੰਦੇ ਨੇ ਹੰਢਾਇਆ ਹੁੰਦਾ ਨਾ, ਜਦੋਂ ਆਪਾਂ ਕੋਈ ਪੀੜਾ ਹੰਢਾਉਣੇ ਆ, ਕੋਈ ਆਪਾਂ ਆਪਣੇ ਤੇ ਜ਼ੁਲਮ ਹੰਢਾਉਣੇ ਆ, ਤਾਂ ਆਪਾਂ ਨੂੰ ਉਹ ਸਾਰੇ ਲੋਕ ਹੀ ਬੁਰੇ ਲੱਗਣ ਲੱਗ ਜਾਂਦੇ ਆ ਜਿਹੜੇ ਉਸ ਨਾਲ ਸੰਬੰਧਿਤ ਹੁੰਦੇ ਆ। ਮੈਂ ਬਹੁਤ ਕੁਝ ਹੰਢਾਇਆ ਹੋਣਾ, ਆ ਪੁਲਿਸ ਖੜੀ ਆ, ਆ ਦੇਖ ਲਓ ਪੁਲਿਸ ਖੜੀ ਆ ਨਾ, ਇਹ ਪੁਲਿਸ ਨੇ ਮੈਨੂੰ 50 ਹੀ ਕੁੱਟਿਆ ਹੋਣਾ ਜਾ ਕੇ। ਜਦੋਂ ਮੈਂ ਉਸ ਦੌਰ ਦਾ ਬੰਦਾ ਹੁੰਦਾ ਸੀ, ਲੜਾਈਆਂ ਝਗੜਨ ਦਾ ਬੰਦਾ ਹੁੰਦਾ ਸੀ, ਇਹਨਾਂ ਨੇ ਮੈਨੂੰ 50 ਹੀ ਕੁੱਟਿਆ ਹੋਣਾ। ਅੱਜ ਇਹ ਪੁਲਿਸ ਉਹੀ ਆ ਜਿਹੜੇ ਅੱਜ ਇੱਥੇ ਖੜੇ ਨੇ ਕਿ ਲੱਖੇ ਨੂੰ ਕੋਈ ਮਾਰ ਨਾ ਜਾਵੇ। ਸਾਰੇ ਥੋੜੀ ਆਪਾਂ ਜੇ ਮੈਂ ਸਾਰਿਆਂ ਨੂੰ ਇਹ ਕਹੀ ਜਾਵਾਂ ਕਿ ਸਾਰੀ ਪੁਲਿਸ ਹੀ ਮਾੜੀ ਹੈ। ਇਸ ਕਰਕੇ ਨਹੀਂ ਮੈਂ ਕਹਿੰਦਾ ਕਿ ਇੱਥੇ ਆਲੇ ਦਾਲੇ ਖੜੇ ਆ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਬਥੇਰਿਆਂ ਨੇ ਮੈਨੂੰ ਕੁੱਟਿਆ ਵੀ ਹੋਊਗਾ, ਬਥੇਰਿਆਂ ਨੇ ਮੈਨੂੰ ਉੱਥੇ ਰੋਟੀ ਵੀ ਖਵਾਈ ਹੋਣੀ ਹੈ, ਬਥੇਰੇ ਉਹੋ ਜਿਹੇ ਵੀ ਹੋਣਗੇ ਇੱਥੇ ਸੱਚੋ ਥੋੜੇ ਨਿਹਾਲੇ ਨਵੇਂ ਲੱਗੇ ਆ ਕੇ। ਇਹ ਮੈਨੂੰ ਮੁਕਤਸਰੋਂ ਲਿਆਉਂਦੇ ਹੁੰਦੇ ਸੀਗੇ, ਮੈਂ ਜੇਲ੍ਹ 'ਚ ਹੁੰਦਾ ਸੀ ਮੁਕਤਸਰ, ਤੇ ਮੇਰੀ ਪੇਸ਼ੀ ਪੈਂਦੀ ਸੀ ਬਠਿੰਡੇ। ਔਰ ਮੈਂ ਇਸ ਕਰਕੇ ਨਹੀਂ ਕਿ ਇਨਸਾਨ ਖੜਾ ਸੀ ਮੂੰਹ ਤੇ ਤਾਰੀਫ ਕਰਦਾ, ਮੈਨੂੰ ਇੱਥੇ ਪਤਾ ਲੱਗਿਆ ਕਿ ਇੱਥੇ ਲੱਗੇ ਹੋਏ ਆ ਇਹ। ਤਾਂ ਮੈਂ ਜੇ ਉਹਨਾਂ ਨੂੰ ਕਹਿਣਾ, ਮੈਂ ਕਿਹਾ ਯਾਰ ਬਾਈ ਮੈਂ ਰੋਟੀ ਖਾਣੀ ਆ, ਯਾਰ ਮੇਰੇ ਹੱਥ ਕੜੀ ਖੋਲ ਦੇ। ਇਹ ਕਹਿੰਦਾ ਕੋਈ ਗੱਲ ਨਹੀਂ ਮੁੰਡੇ ਨਾਲ ਦੇ ਖੋਲ ਦੇ। ਯਾਰ ਚੰਗੇ ਬੰਦੇ ਵੀ ਹੁੰਦੇ ਆ ਨਾ, ਹਰ ਸਮਾਜ ਦੇ ਅੰਦਰ ਚੰਗੇ ਵੀ ਹੁੰਦੇ, ਮਾੜੇ ਵੀ ਹੁੰਦੇ ਆ। ਹੁਣ ਜੇ ਮੈਂ ਇਹਦਾ ਫਾਇਦਾ ਉਠਾ ਕੇ ਮੇਰੀ ਹੱਥ ਕੜੀ ਖੋਲੀ ਆ ਤੇ ਮੈਂ ਭੱਜ ਜਾਂਦਾ ਤੇ ਭੁਗਤਦਾ ਇਹ, ਪਰ ਇਹਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਜਾਣੇ ਚੰਗੇ ਬੰਦੇ ਵੀ ਹੁੰਦੇ ਆ। ਮੇਰਾ ਕਹਿਣ ਦਾ ਭਾਵ ਇਹ ਆ ਕਿ ਜੇ ਆਪਾਂ ਉਸ ਗੱਲ ਨੂੰ ਲੈ ਕੇ, ਚੰਗਿਆਂ ਨੂੰ ਦੇਖ ਕੇ, ਚੰਗੇ ਵਰਤਾਰੇ ਨੂੰ ਦੇਖ ਕੇ ਆਪਾਂ ਸਾਰਿਆਂ ਨੂੰ ਚੰਗੇ ਨਹੀਂ ਕਹਿ ਸਕਦੇ, ਮਾੜੇ ਵਰਤਾਰੇ ਨਾਲ ਆਪਣੇ ਨਾਲ ਵਾਪਰੇ ਨੂੰ ਆਪਾਂ ਸਾਰਿਆਂ ਨੂੰ ਮਾੜੇ ਨਹੀਂ ਕਹਿ ਸਕਦੇ। ਸੋ ਇਸ ਕਰਕੇ ਇਹ ਜਿਹੜਾ ਹੋਰ ਕੋਈ ਸਵਾਲ ਹੈ ਭੈਣੇ ਜ਼ਰੂਰ ਕਰ। ਸਰ ਜਿਹੜੀ ਇਹ ਮਤਲਬ ਆ ਗੱਲ ਆ, ਕੋਈ ਵੀ ਕਿਸੇ ਦੀ ਕਾਸਟ ਦੇ ਪ੍ਰਤੀ ਆ, ਇਹ ਕਿਉਂ ਆ? ਕਿਉਂਕਿ ਜਿਹੜੇ ਲੋਕ ਸੀ ਪਹਿਲਾਂ ਸੀ ਉਹ ਪੜ੍ਹੇ ਲਿਖੇ ਨਹੀਂ ਸੀਗੇ। ਉਹ ਜਿਹੜੀ ਚੀਜ਼ ਉਹਨਾਂ ਨੂੰ ਕਹਿ ਦਿੰਦੇ ਸੀ, ਜਿਹੜੀ ਜਾਤ ਦੇ ਨਾਲ ਮਰਜ਼ੀ, ਜਿਹੜਾ ਨਾਮ ਮਰਜ਼ੀ ਲੈ ਦਿੰਦੇ ਸੀ, ਉਹ ਐਕਸੈਪਟ ਕਰ ਲੈਂਦੇ ਸੀਗੇ। ਜਿੱਥੋਂ ਤੱਕ ਮੈਨੂੰ ਸਵਾਲ ਮਤਲਬ ਪਤਾ ਇਸ ਚੀਜ਼ ਦਾ, ਮੈਂ ਇਤਿਹਾਸ ਨੂੰ ਪੜ੍ਹਿਆ ਵੀ ਚੂੜਾ ਸ਼ਬਦ ਕਿੱਥੋਂ ਆਇਆ, ਮਜਬੀ ਸ਼ਬਦ ਕਿੱਥੋਂ ਆਇਆ। ਪਰ ਚੂੜਿਆਂ ਬਾਰੇ ਸੁਣ ਲਓ, ਮੈਂ ਦੱਸ ਦਿੰਦੀ ਹਾਂ ਸਰ, ਤੁਸੀਂ ਸ਼ਾਇਦ ਇਤਿਹਾਸ ਨਹੀਂ ਪੜ੍ਹਿਆ। ਇਹ ਲੋਕ ਕਬੀਲੇ ਦੇ ਵਿੱਚ ਰਹਿੰਦੇ ਹੁੰਦੇ ਸੀ, ਜਿਵੇਂ ਪਹਿਲਾਂ ਲੋਕ ਜੰਗਲਾਂ ਦੇ ਵਿੱਚ ਰਹਿੰਦੇ ਸੀ, ਉਸ ਤਰ੍ਹਾਂ ਮਤਲਬ ਇਹ ਲੋਕ ਰਹਿੰਦੇ ਸੀਗੇ। ਉੱਥੇ ਇਹ ਕਾਲੀਆਂ ਮਿਰਚਾਂ, ਸੋਨਾ, ਚਾਂਦੀ ਸਾਰੇ ਦਾ ਵਪਾਰ ਕਰਦੇ ਹੁੰਦੇ ਸੀ। ਇਹਨਾਂ ਦੇ ਮੱਥੇ ਦੇ ਉੱਤੇ ਇੱਕ ਮਣੀ ਹੁੰਦੀ ਸੀ, ਛੋਟਾ ਜਿਹਾ ਬੱਚਾ ਵੀ ਹੁੰਦਾ ਸੀ, ਉਹਦੇ ਵੀ ਮਣੀ ਲੱਗੀ ਹੁੰਦੀ ਸੀ ਉਹਦੇ। ਇਹਨਾਂ ਨੂੰ ਕਹਿੰਦੇ ਸੀ ਚੂੜਾ ਮਣੀ।
ਇਹ ਉਸ ਸਮੇਂ ਦੇ ਸਭ ਤੋਂ ਅਮੀਰ ਲੋਕ ਸੀਗੇ ਉਸ ਸਮੇਂ ਦੇ, ਜਿਹਨਾਂ ਨੂੰ ਹੁਣ ਐਸ ਪ੍ਰੈਜ਼ੈਂਟ ਚੂੜਾ ਕਹਿੰਦੇ ਨੇ। ਇਹ ਜਦੋਂ ਉੱਥੋਂ ਕਬੀਲਿਆਂ ਤੋਂ ਵਾਪਸ ਆ ਕੇ ਇਸ ਦੁਨੀਆ ਦੇ ਵਿੱਚ ਮਿਲੇ, ਉਸ ਸਮੇਂ ਇਹਨਾਂ ਕੋਲੇ ਕੋਈ ਕੰਮਕਾਰ ਨਹੀਂ ਸੀਗਾ। ਇਹ ਫਿਰ ਇਹਨਾਂ ਨੇ ਰੋਟੀ ਖਾਣੀ ਸੀ ਕਿਤੋਂ, ਇਹ ਫਿਰ ਕਿਸੇ ਦੇ ਘਰੇ ਕੰਮ ਕਰਨ ਲੱਗੇ, ਕੋਈ ਭਾਂਡੇ ਮਾਂਜਣ ਲੱਗ ਗਿਆ, ਕੋਈ ਖੇਤੀਪੱਤੀ ਕਰਨ ਲੱਗ ਗਿਆ, ਕੋਈ ਕੁਛ ਕਰਨ ਲੱਗ ਗਿਆ, ਮਤਲਬ ਉਹਨਾਂ ਲੋਕਾਂ ਦੇ ਗੁਲਾਮ ਬਣ ਗਏ। ਫਿਰ ਇਹਨਾਂ ਚੂੜਾ ਮਨੀ ਤੋਂ ਇਹਨਾਂ ਨੂੰ ਕਹਿਣ ਲੱਗੇ, ਹੌਲੀ ਹੌਲੀ ਮਨੀ ਦਾ ਨਾਲ ਕੱਟ ਕੇ ਚੂੜਾ ਕਹਿਣ ਲੱਗੇ। ਹੁਣ ਤੁਹਾਨੂੰ ਪਤਾ ਜਿਵੇਂ ਲੁਧਿਆਣੇ ਦਾ ਨਾਂ ਲੋਧੀ ਆਣਾ ਸੀ, ਹੌਲੀ ਹੌਲੀ ਵਿਗੜਦਾ ਲੁਧਿਆਣਾ ਬਣ ਗਿਆ। ਬਠਿੰਡੇ ਦਾ ਨਾਂ ਭੱਟੀ ਵਿੰਡਾ, ਉਹਦੇ ਰਾਜਪੂਤ ਨੇ ਵਸਾਇਆ ਸੀ, ਉਹਦਾ ਨਾਂ ਭਟਿੰਡਾ ਸੀਗਾ, ਉਹ ਹੌਲੀ ਹੌਲੀ ਬਠਿੰਡਾ ਬਣ ਗਿਆ। ਇਹੀ ਚੀਜ਼ ਜਿਹੜੀ ਮਤਲਬ ਇਹ ਸੀਗੀ, ਹੌਲੀ ਹੌਲੀ ਚੂੜੇ ਤੋਂ ਚੂੜਾ ਹੀ ਕਹਿਣ ਲੱਗੇ। ਇਹਨਾਂ ਨੂੰ ਪਤਾ ਨਹੀਂ ਇਹ ਲੋਕ। ਫਿਰ ਇੱਕ ਹੋਰ ਦੇਖੋ, ਜਿਵੇਂ ਮਨੂੰ ਸਮਰਤੀਆਂ ਹੋਰ ਸਾਰਾ, ਇਹਨਾਂ ਨੂੰ ਕਿਉਂ ਮਤਲਬ ਕਹਿਣ ਲੱਗੇ, ਕਹਿੰਦੇ ਵੀ ਤੁਸੀਂ ਤਾਂ ਬਹੁਤ ਨੀਚ ਜਾਤ ਆ, ਇਸ ਕਰਕੇ ਤੁਸੀਂ ਚੂੜੇ ਆ। ਇਹਨਾਂ ਨੇ ਮੰਨ ਲਿਆ, ਗੱਲ ਤਾਂ ਮੰਨਣ ਤੇ ਆ ਗਈ। ਸ਼ਰਮ ਤੇ ਠੰਡ ਗਰਮੀ ਸਭ ਮੰਨਣ ਦੀ ਗੱਲ ਆ। ਇਹਨਾਂ ਨੇ ਵੀ ਮੰਨ ਲਿਆ ਵੀ ਅਸੀਂ ਇਹ ਆ। ਹੁਣ ਜਦੋਂ ਇਹ ਮੰਨੂਵਾਦ ਤੋਂ ਬਾਅਦ ਜਦੋਂ ਇਹਨਾਂ ਨੂੰ ਇਹ ਚੀਜ਼ ਕਹਿਣ ਲੱਗ ਗਏ, ਜਦੋਂ ਮੰਨ ਲਿਆ ਇਹਨਾਂ ਨੂੰ, ਪਰ ਇਹਨਾਂ ਨੂੰ ਪਤਾ ਨਹੀਂ ਸੀ ਕਿਉਂਕਿ ਪੜ੍ਹਿਆ ਨਹੀਂ ਸੀ ਕੁਛ। ਹੁਣ ਜਦੋਂ ਅਸੀਂ ਪੜਾਂਗੇ, ਇਤਿਹਾਸ ਨੂੰ ਪੜਾਂਗੇ, ਬੜੀਆਂ ਬੜੀਆਂ ਡਿਗਰੀਆਂ ਸਾਡੇ ਹੱਥ ਦੇ ਵਿੱਚ ਹੋਣਗੀਆਂ, ਵਧੀਆ ਸਾਡੇ ਕੱਪੜੇ ਪਾਏ ਹੋਣਗੇ, ਵਧੀਆ ਸਾਡੇ ਕੋਲੇ ਕੋਠੀਆਂ ਕਾਰਾਂ ਹੋਣਗੀਆਂ, ਆਪੇ ਬੰਦਾ ਸਲੂਟ ਕਰੂਗਾ। ਕਿਉਂਕਿ ਮੇਰੇ ਡੈਡੀ ਆਫੀਸਰ ਸੀਗੇ ਆਰਮੀ ਦੇ ਵਿੱਚ, ਸੂਬੇਦਾਰ ਮੇਜਰ ਦੀ ਮੈਂ ਕੁੜੀ ਆ, ਸੂਬੇਦਾਰ ਮੇਜਰ ਦੀ ਮੈਂ ਨੂੰਹ ਆ, ਮੈਂ ਹੌਲਦਾਰ ਦੀ ਘਰ ਵਾਲੀਆਂ। ਮੇਰੇ ਮਾਂ ਬਾਪ ਨੇ, ਮੇਰੇ ਪੜਦਾਦਿਆਂ ਨੇ, ਦਾਦਿਆਂ ਨੇ, ਸਾਰਿਆਂ ਨੇ ਦੇਸ਼ ਦੀ ਸੇਵਾ ਕੀਤੀ ਹੈ ਬਾਰਡਰ ਤੇ। ਜਿਸ ਦਿਨ ਕਾਰਗਿਲ ਲੜਾਈ ਲੱਗੀ ਸੀ, ਮੈਂ ਹੱਥੀਂ ਆਪਦੇ ਸਜਾ ਕੇ ਆਪਦੇ ਘਰ ਵਾਲੇ ਦੇ ਫੀਤੀਆਂ ਲਾ ਕੇ ਤੋਰਿਆ ਸੀ ਕਾਰਗਿਲ ਦੀ ਲੜਾਈ। ਕਿਉਂਕਿ ਇਹ ਪੰਚੀਆਂ ਸਰਪੰਚ ਜਿਹੜੇ ਮਾੜੀ ਮੋਟੀ ਕਹਿੰਦੇ ਕਿ ਅਸੀਂ ਦੇਸ਼ ਦੀ ਸੇਵਾ ਕਰਦੇ ਆ ਨਾ, ਉਹ ਮੈਨੂੰ ਪਤਾ ਦੇਸ਼ ਦੀ ਸੇਵਾ ਕੀ ਹੁੰਦੀ ਆ। ਜਦੋਂ ਬਾਰਡਰਾਂ ਦੇ ਉੱਤੇ ਆਪਣੇ ਗਲੇਸ਼ੀਅਰਾਂ ਦੇ ਵਿੱਚ 6 ਫੁੱਟ ਬਰਫ਼ ਹੁੰਦੀ ਸੀ, ਉੱਥੇ ਖੜੇ ਹੁੰਦੇ ਸੀ ਸਾਡੇ ਘਰ ਦੇ। ਅਸੀਂ ਆਰਾਮ ਨਾਲ ਬੈਠੇ ਹੁੰਦੇ ਸੀ ਕੰਬਲਾਂ ਦੇ ਵਿੱਚ, ਰਜਾਈਆਂ ਦੇ ਵਿੱਚ, ਪਰ ਉਹ ਉੱਥੇ ਹੁੰਦੇ ਸੀ ਜਿੱਥੇ ਲਿਖਿਆ ਹੁੰਦਾ ਸੀ ਇੱਥੇ ਪਲਕ ਝਪਕਣਾ ਮਨਾ। ਇਹ ਜਾਤੀਆਂ ਨੂੰ ਛੱਡ ਦਿਓ, ਤੁਸੀਂ ਉੱਪਰ ਉੱਠੋ। ਜਿਹੜੇ ਲੋਕ ਤੁਹਾਨੂੰ ਮਾੜੀਆਂ ਗੱਲਾਂ ਕੁਝ ਵੀ ਕਹਿੰਦੇ ਨੇ, ਉਹਨਾਂ ਨੂੰ ਇਗਨੋਰ ਕਰ ਦਿਓ ਵੀ ਅਸੀਂ ਬਹੁਤ ਵਧੀਆ, ਰੱਬ ਨੇ ਸਾਨੂੰ ਬਣਾਇਆ, ਅਸੀਂ ਪੂਰੇ ਵਧੀਆ। ਆ ਸਾਰਿਆਂ ਦਾ ਤਾਪਮਾਨ ਦੇਖ ਲਓ, 98.4 ਡਿਗਰੀ ਫਾਰਨਹੀਟ ਹੋਊਗਾ। ਫਿਰ ਸਾਡਾ ਵੀ ਤਾਪਮਾਨ ਹੋਰ ਹੋਣਾ ਚਾਹੀਦਾ ਸੀ। ਸਾਡਾ ਜਿਹੜਾ ਖੂਨ ਆ ਉਹ ਹੋਰ ਹੋਣਾ ਚਾਹੀਦਾ ਸੀਗਾ। ਸਾਡੀ ਜਿਹੜੀ ਲੱਤ ਬਾਂਹ ਹੋਰ ਕਿਤੇ ਲਾਈ ਹੋਣੀ ਚਾਹੀਦੀ ਸੀ। ਜੇ ਅਸੀਂ ਇਹਨਾਂ ਤੋਂ ਵੱਖ ਹਾਂ, ਫਿਰ ਸਾਡਾ ਸਾਰਾ ਕੁਛ ਅਸੀਂ ਵੀ ਕਿਸੇ ਹੋਰ ਕੰਪਨੀ ਦੇ ਹੋਣੇ ਚਾਹੀਦੇ ਸੀ। ਜਿਵੇਂ ਅਸੀਂ ਚਾਈਨਾ ਮੇਟ ਸਾਨੂੰ ਨਿਭਾਉਣਾ ਨਹੀਂ ਸੀ ਪੈਣਾ, ਜਾਂ ਕਿਸੇ ਹੋਰ ਅਸੀਂ ਮਟਰੋਲਾ ਕੰਪਨੀ ਦੇ ਹੁੰਦੇ, ਨੋਕੀਆ ਦੇ ਹੁੰਦੇ, ਕਿਸੇ ਦੇ ਹੋਰ ਹੁੰਦੇ। ਸਾਡਾ ਸਾਰਾ ਕੁਝ ਵੱਖਰਾ ਹੋਣਾ ਚਾਹੀਦਾ ਸੀ। ਅੱਖਾਂ ਸਾਡੀਆਂ ਮਗਰ ਲੱਗੀਆਂ ਹੋਣੀਆਂ ਚਾਹੀਦੀਆਂ ਸੀ। ਬਾਂਹ ਜਿਹੜੀ ਸਾਡੀ ਖੱਬੇ ਪਾਸੇ ਵਾਲੀ, ਜਿਹੜੀ ਸੱਜੇ ਪਾਸੇ ਕਿਧਰੇ ਹੋਰ ਲੱਗੀ ਹੋਣੀ ਚਾਹੀਦੀ ਸੀ। ਪੂਛ ਲੱਗੀ ਹੋਣੀ ਚਾਹੀਦੀ ਸੀ। ਕੁਛ ਵੀ ਹੋ ਸਕਦਾ ਸੀਗਾ। ਫਿਰ ਇਸ ਕਰਕੇ ਮੰਨੋ ਸਾਰਿਆਂ ਨੂੰ, ਇਹ ਗੱਲਾਂ ਜਿਹੜੀਆਂ ਤੁਹਾਨੂੰ ਕੋਈ ਕਹਿੰਦੇ ਨੇ, ਕੋਈ ਚੁੰਡਾ ਕਹਿੰਦਾ, ਕਹੀ ਜਾਓ ਜੀ, ਕਹੋ। ਆਪਾਂ ਤਾਂ ਕਹਿੰਦੇ ਮਗਜ ਭਕਾਈ ਕਰੋ, ਜਿੰਨੀ ਹੁੰਦੀ ਆ ਤੋਂ ਹੋਵੋ। ਆਪਾਂ ਜਦੋਂ ਮੂੰਹ ਬੰਦ, ਆਪਣਾ ਕੰਨ ਬੰਦ ਹੋਣਗੇ ਨਾ, ਅੱਖਾਂ ਨਾਲ ਦੇਖੋ ਕੀ ਆ। ਸਾਡੇ ਜਿਹੜਾ CEO ਆ ਆਪਣੇ ਇੰਡੀਆ ਦਾ, ਕਿਉਂਕਿ ਇੱਥੇ ਪੜ੍ਹਾਈ ਹੈ ਨਹੀਂ, CEO ਆਪਣੇ ਗੂਗਲ ਦਾ, ਉਹ ਕਿਹਨਾਂ ਦਾ? ਇੰਡੀਆ ਦਾ, ਕਿਉਂਕਿ ਇੱਥੋਂ ਨੌਕਰੀ ਨਹੀਂ ਮਿਲੀ। ਫਿਰ ਜਿਹੜੇ ਸਾਡੇ 4 ਸੌਫਟ ਇੰਜੀਨੀਅਰ ਨੇ, ਉਹ ਅਮਰੀਕਾ ਦੇ ਵਿੱਚ ਲੱਗੇ ਹੋਏ ਨੇ। ਉੱਥੋਂ ਦੇ ਓਨਰ ਨੂੰ ਪੁੱਛਿਆ ਵੀ ਕੀ ਗੱਲ ਹੈ, ਇੱਥੇ ਕਾਹਤੋਂ 4 ਆ ਵੀ ਤੁਸੀਂ ਲਾਏ ਹੋਏ ਨੇ, ਤੁਸੀਂ ਇਹਨਾਂ ਨੂੰ ਕੱਢਦੇ ਕਿਉਂ ਨਹੀਂ? ਕਹਿੰਦੇ ਇੰਡੀਆ ਦੇ ਵਿੱਚ 4 ਕੰਪਨੀਆਂ ਸਥਾਪਿਤ ਹੋ ਜਾਣਗੀਆਂ। ਚਲੋ ਜਵਾਬ ਲੈ ਲਓ ਭੈਣੇ। ਹਾਂਜੀ ਬਸ ਕੋਈ ਵਾਹਿਗੁਰੂ ਜੀ ਕਾ ਖਾਲਸਾ। ਸੋ ਮੈਂ ਇੱਕ ਗੱਲ ਹੋਰ ਅਖੀਰ ਤੇ ਕਹਿਣੀ ਚਾਹੁੰਦਾ, ਉਸ ਤੋਂ ਬਾਅਦ ਮੈਨੂੰ ਲੱਗਦਾ ਜੋਗਿੰਦਰ ਸਿੰਘ ਜੀ ਨੇ ਬੋਲਣਾ ਤੇ ਆਪਾਂ ਉਹਨਾਂ ਨੂੰ ਵੀ ਸੁਣਨਾ। ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਕੋਲ ਸਾਡੇ ਸਵਾਲਾਂ ਦੇ ਜਵਾਬ ਸਾਰਿਆਂ ਦੇ ਮਿਲ ਜਾਣੇ ਆ। ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਆਪਾਂ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ 'ਚ ਦੇਖੀਏ, ਤਾਂ ਪੰਜਾਬ ਦੇ ਵਿੱਚ ਹਲੇ ਉਵੇਂ ਨਫ਼ਰਤ ਜਾਂ ਉਵੇਂ ਨਹੀਂ ਆ ਗੱਲ ਕਿ ਜਿਵੇਂ ਆਪਾਂ ਦੂਜੇ ਸੂਬਿਆਂ ਦੀ ਗੱਲ ਕਰਦੇ ਆ। ਤਾਂ ਤੁਸੀਂ ਦੇਖਿਆ ਹੋਣਾ, ਖਬਰਾਂ 'ਚ ਪੜ੍ਹਿਆ ਹੋਣਾ ਕਿ ਉੜੀਸਾ ਵਰਗੇ ਸੂਬਿਆਂ ਦੇ ਵਿੱਚ ਘੋੜੀ ਚੜ੍ਹਨ ਦੀ ਮਨਾਹੀ ਹੈ। ਕੋਈ ਦਲਿਤ ਭਾਈਚਾਰੇ ਦੇ ਨੌਜਵਾਨ ਦਾ ਜਦੋਂ ਵਿਆਹ ਹੁੰਦਾ ਤਾਂ ਘੋੜੀ ਚੜ੍ਹਨ ਦੀ ਵੀ ਮਨਾਹੀ ਹੈ, ਮੁੱਛਾਂ ਰੱਖਣ ਦੀ ਮਨਾਹੀ ਹੈ। ਕਈ ਥਾਵਾਂ ਦੇ ਉੱਤੇ ਖਬਰਾਂ ਆਉਂਦੀਆਂ ਨੇ ਕਿ ਘੋੜੀ ਚੜ੍ਹਨ ਕਰਕੇ ਵਿਆਹ ਵਾਲੇ ਆਪਣੇ ਜਿਹੜਾ ਵਿਆਹ ਚੱਲਿਆ ਸੀ ਲਾੜਾ, ਉਹਨੂੰ ਮਾਰ ਦਿੱਤਾ ਗਿਆ। ਬਹੁਤ ਜ਼ਿਆਦਾ ਹੈ ਇਹ, ਤੇ ਕੱਢਣਾ ਪੈਣਾ। ਤੇ ਸ਼ੁਰੂਆਤ ਮੈਨੂੰ ਲੱਗਦਾ ਕਿ ਪੰਜਾਬ ਤੋਂ ਹੀ ਹੋਣੀ ਹੈ। ਕਿਉਂ? ਕਿਉਂਕਿ ਜਦੋਂ ਇੱਥੇ ਕੋਈ ਜ਼ੁਲਮ ਵਧਿਆ, ਜਾਤ ਪਾਤ ਵਧੀ ਹੈ, ਊਚ ਨੀਚ ਦੀ ਗੱਲ ਹੋਈ ਹੈ, ਜ਼ਾਲਮ ਚੜ ਕੇ ਆਏ ਹੈ, ਤਾਂ ਸ਼ੁਰੂਆਤ ਪੰਜਾਬ ਦੀ ਧਰਤੀ ਤੋਂ ਹੋਈ ਹੈ। ਇੱਥੋਂ ਕ੍ਰਾਂਤੀਆਂ ਉੱਠੀਆਂ ਨੇ, ਇੱਥੋਂ ਇਨਕਲਾਬ ਉੱਠੇ ਨੇ, ਅੰਦੋਲਨ ਉੱਠੇ ਨੇ, ਇੱਥੋਂ ਦੇ ਲੋਕ ਉੱਠੇ ਨੇ। ਇਹਨਾਂ ਨੂੰ ਉਠਾਉਣ ਵਾਲਾ ਸਾਡੇ ਖੂਨਾਂ ਦੇ ਅੰਦਰੋਂ DNA, ਉਹ ਜਜ਼ਬਾ, ਉਹ ਜਨੂਨ
ਸਾਡੀ ਗੁਰਬਾਣੀ ਦੇ ਅੰਦਰ ਉਹ ਐਡਾ ਮਹਾਨ ਫਲਸਫਾ ਜਿਹਨੂੰ ਪੜ੍ਹ ਕੇ ਅਪਣਾ ਕੇ ਵਿਚਾਰ ਕੇ ਆਪਾਂ ਅੱਗੇ ਵੱਧ ਸਕਦੇ ਹਾਂ। ਦੇਖੋ ਇੱਕ ਗੱਲ ਸਮਝ ਲਿਓ, ਕਿਸੇ ਬਹੁਤ हाँ ये गल मैं बहुत स्टेजा ने सुनाई आ, दोबारा फिर सुना दिना कि आप देखिया ही है कि आप मनुस्मृति की गल करते हैं ना, समा देखो किवें बदलदा। यही जी गल नहीं बस जागृति नहीं आई लोगों च, लोग समझे नहीं, समा बदलिया नहीं, समा बदलिया। अगे एक दौर यह भी सी कि इस मुल्क के अंदर जिन्हों अज शूद्र कहा जाता है, शूद्रां लई ते इत्थे धरती ते थुकना भी मनाही सी। गल च कुझा आपां पढ़िया होना तुसीं बहुतिआं ने, ते गल च कुझा कि कुझे थुको मगर थोड़े बौकर बन दिंदे सीगे भी थोड़े पैरां दे निशान धरती ते नहीं पैने चाहिए। ये भी हालात रहे ने, इत्थे ये भी हालात रहे ने। आपां आम तौर ते कहावत है कि मजबी ते गोह दुपहरे निकलदे है ना, वो कित्थों आईयां चीज़ां। उन्हां समय दे विच इह सी 12 बजे निकलो 3 बजे वापस आ जाओ, तुहाडा परछावां साडे ते पैना नहीं चाहिए, क्योंकि 12 तो 3 तक परछावां जिहड़ा बंदे दे पैरां ते पैंदा हुंदा, लम्मा नहीं हुंदा परछावां। ये हालात रहे ने। इन्हां हालातां दे विचों जदों गुरु नानक देव जी आए, उन्हां ने एक इत्थे लहर चलाई, एक सोच एक विचारधारा चलाई आके। उन्हां ने इन्हां अखौतियां दा, इन्हां जिहड़े जिन्नियां कुरैतां सीगीआं, जिन्नी मनुवादी सोच सी उहदा खंडन कीता, उहनूं भंग कीता, लोकां नूं गल लाया, लोकां नूं इकट्ठे कीता, दब्बे कुचले लताड़े लोकां नूं खड़े कीता, उन्हां स्वैमान भरिया, उन्हां दे विच उन्हां नूं उन्हां दी इज्जत बख्शी, तां जाके हौली 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 हौली। पर असीं अज कित्थे खड़े हां? भाई मेरा तुहाडे अगे भी सवाल है, ये भी बहुत वड्डा सवाल असीं करिया करांगे कि असीं गुरु रविदास नूं, भगत रविदास नूं मनदे हां, उहदियां गुरबाणी दीयां उदाहरणां जो उन्हां दे विचार ने, उहदियां उदाहरणां बहुत थावां ते दिंदे हां, पर उन्हां ने अपने जिन्ने विचार रखे गुरबाणी दे अंदर, जिहड़ी उहदी सोच सी वो सारी मूर्ति पूजा के खिलाफ सी। असीं उन्हां दीयां मूर्तियां बनातियां, साडे लोग डेरियां वाल नूं हो तुरे, अखौती साधां दे पैरां 'ਚ डिग्गण लग गए जाके। बड़ा कुछ होना है, ये बहुत कुछ होना। मैं ਜਿਹੜੀਆਂ ਚੀਜ਼ਾਂ ਦਾ ਸਾਡੇ ਗੁਰੂਆਂ ਨੇ ਜਾਂ ਗੁਰਬਾਣੀ ਖੰਡਨ ਕਰਦੀ ਹੈ, ਪਖੰਡਵਾਦ ਤੋਂ ਰੋਕਦੀ ਹੈ, ਕਹਿਤਾਂ ਤੋਂ ਰੋਕਦੀ ਹੈ, ਮੂਰਤੀ ਪੂਜਾ ਤੋਂ ਰੋਕਦੀ ਆ, ਆ ਸਾਧਾਂ ਡੇਰਿਆਂ 'ਚ ਡਿੱਗੀ ਜਾਂਦੇ ਪੈਰਾਂ ਤੇ ਜਾ ਕੇ ਇਹਨਾਂ ਤੋਂ ਰੋਕਦੀ ਆ, ਉਹ ਸਾਰਾ ਕੁਝ ਅਸੀਂ ਬਣਾਈ ਬੈਠੇ ਆ। ਇਹ ਕੱਲੀ ਇਹ ਅਲਾਮਤ ਨਹੀਂ ਹੈਗੀ ਸਾਡੇ ਤੇ ਕਿ ਸਾਡੇ ਦੇ ਉੱਤੇ ਕੱਲਾ ਜਾਤ ਪਾਤ ਭਾਰੂ ਹੈ, ਸਾਡੇ ਤੇ ਪਖੰਡਵਾਦ ਕਿੰਨਾ ਭਾਰੂ ਆ। सब तो वाधा पखंडवाद आप देखते हैं, जे है नहीं तो दस दो। हुण मैं एक गल है सुना ही दिना, मेरे पिंड का एक रविदासी सिखां का मुंडा ते उहदा नाम कांता है, उहदा 6700 रुपया जो सड़क बनी बठिंडे तो जीरकपुर वाली चंडीगढ़ वाली, वो ठेकेदार ने रख लिया देवे ना। ते मैं आया जो अंदर सीगा, मैं बाहर आया, मैंने कहा यार भाई मेरे पैसे नहीं दिंदा ठेकेदार। मैं चल यार आप चलते हैं, वह लहरे मुहब्बत के कोले तंबू जा लाया वा सी बागे, उत्थे आप तो मिलना दे नाल दा मुंडा सी। मैं पैसे 6700 रुपया दिंदे क्यों तुसीं? कहना भाई कोई गल नहीं दे देंगे। उन्हें 4-5 दिन बाद पैसे देते। हुण उदों बाद उन्हें एक दिन पिंडों लद्दी जीप कराई किराए ते, सारा बच टब्बर लद्या, 2 कुड़ियां 2 मुंडे, बच्चा दे घर वाली, बच्चे बापू बेबे 7-8 जाने, ते तुरिया जावे ते मेरा घर पैंदा जमा सड़क दे उत्ते। और मेरे को उन्हें जीप रोक ली आके, मैं कहना आजा भाई लै चल गए। मैं कित्थे चलिया? कहना पिता जी कोल चलिया। मैं किहड़े पिता जी? हुण पिता जी तुसीं समझदे हो किहड़ा पिता जी है? मैं कहा उत्थे किवें? कहना धन्नवाद करन चलिया, मेरे पैसे निकले। मैं भलिया मानसा साल भर तेरे पैसे ठेकेदार ने दिते नहीं, मैं क्या उन्हें देते, उदों तेरा पिता जी कित्थे सी? मैं कहा 6700 रुपया जीप वाले नूं कहना 2000। मैं उत्थे किन्ना खर्चेगा? 2000। 6700 दे विचों 4000 तो खर्चदा। आ इत्थे थोड़े निगाहे आ कि इत्थे साध बैठा एक, जो मैं दे देना वीरवार नूं, पता नहीं जुमे नूं किन्नी दुनिया उहदे आउंदी है इत्थे, की आ उहदे कोले।
ਜਿਹੜੇ ਹੁਣ ਝੋਨੇ ਵੇਲੇ 4 ਰੁਪਏ ਕਮਾਓਗੇ, ਇੰਨੀਆਂ ਅੱਗ ਵਰਦੀ ਦੇ ਵਿੱਚ ਥੱਲਿਓਂ ਪਾਣੀ ਤਪਦਾ, ਉੱਤੋਂ ਅੱਗ ਵਰਦੀ ਹੈ, ਸੌਖਾ ਕਿਤੇ ਬਾਹਰ ਖੜ ਕੇ ਦਿਖਾਵੇ ਕੋਈ? ਉਹ ਤੇ ਕਿੱਥੇ ਜਾ ਕੇ ਪਤਾ ਨਹੀਂ ਕਿਸੇ ਡੇਰਾਂ 'ਚ ਚੜਾ ਜਾਓਗੇ ਜਾਂ ਕਿਸੇ ਪਾਸੇ ਹੋਰ ਤੁਰੇ ਫਿਰੋਗੇ, ਮੂਰਤੀ ਪੂਜਦੇ ਫਿਰੋਗੇ। ਕਿੱਥੇ ਜੀ? ਹਾਂਜੀ, ਨਗਾਹੇ ਉਹ ਛੋਡੇ ਸਿਰ ਤੇ ਹੀ ਮੌਜਾਂ ਨੇ। ਬਾਬਾ 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 ਕਰਕੇ ਅਸੀਂ ਚੜਾ ਦਿੰਦੇ ਹਾਂ ਸਿਰਾਂ ਤੇ, ਉਹ ਛੋਡੇ ਸਿਰ ਤੇ ਮੌਜਾਂ ਲੈਂਦੇ, ਨਜ਼ਾਰੇ ਲੈਂਦੇ ਨੇ। ਬਲਾਤਕਾਰੀ ਬੰਦੇ ਹੁਣ ਜੇਲਾਂ ਹੋਣਗੀਆਂ, ਸਜ਼ਾਵਾਂ ਹੋਣਗੀਆਂ, ਹੁਣ ਲੋਕ ਅੱਜ ਵੀ ਪਿਤਾ ਜੀ ਕਹੀ ਜਾਂਦੇ ਆ। ਮਿਲ ਗਈ ਸਰਕਾਰਾਂ ਨੇ ਲਿਆਂਦਾ। 2024 ਚ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੀ ਉਹਨਾਂ ਨੇ ਆ ਗਿਆ, ਜਿਵੇਂ ਹੁਣ ਬੇਲ ਮਿਲ ਗਈ 1 ਮਹੀਨੇ ਦੀ। ਇਹ ਅੰਦਰ ਖਾਤੇ ਬ੍ਰਾਹਮਣਵਾਦ ਦੀ ਬਹੁਤ ਵੱਡੀ ਪਾਲਿਸੀ ਆ। ਪਹਿਲਾਂ ਜੇਲ੍ਹ ਭੇਜਣਾ, ਫਿਰ ਬਾਅਦ ਲੈ ਕੇ ਆਉਣਾ। ਮੰਨ ਲਓ ਜਿਹੜਾ ਅੱਜ ਚੱਲ ਰਿਹਾ, ਜਿਹੜਾ ਸਿਸਟਮ ਚੱਲ ਰਿਹਾ ਵੀ ਅੱਜ ਸਾਨੂੰ ਜਿਵੇਂ ਬਾਬਾ ਸਾਹਿਬ ਕਹਿੰਦੇ ਹੁੰਦੇ ਸੀਗੇ ਧਰਮ, ਕਹਿੰਦੇ ਮੈਂ ਬੇਸ਼ੱਕ ਮੈਂ ਹਿੰਦੂ ਘਰੇ ਜਨਮਿਆ, ਬਾਬਾ ਸਾਹਿਬ ਕਹਿੰਦੇ ਸੀ, ਪਰ ਮੈਂ ਹਿੰਦੂ ਨਹੀਂ ਬਣੂੰਗਾ। ਅੱਜ ਸਾਨੂੰ ਧਰਮ ਪਰਿਵਰਤਨ ਕਰਨਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਪੜ੍ਹਨਾ ਚਾਹੀਦਾ। ਇਹ ਕਿਉਂਕਿ ਅਸੀਂ ਡੇਰਿਆਂ ਜਾਣਾ ਬੰਦ ਕਰੋ, ਮੰਦਿਰਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ, ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧ ਆ ਸਾਡਾ। ਬਾਬਾ ਜੀਵਨ ਸਿੰਘ ਸਾਡੇ ਲਈ ਸ਼ਹੀਦ ਹੋਏ ਆ, ਇੱਥੋਂ ਤੱਕ ਕਿ ਗੁਰੂ ਰਵਿਦਾਸ ਦਾ ਵੀ ਕਤਲ ਹੋਇਆ। ਠੀਕ ਹੈ ਵੀਰੇ, ਹੁਣ ਇਹ ਬਾਈ ਕਹਿੰਦੇ ਸਮਾਂ ਥੋੜਾ ਚਰਚਾ ਚੱਲ ਜਾਣੀ ਹੈ ਲੰਮੀ, ਸੋ ਮੈਂ ਅਖੀਰ ਤੇ ਆਪਣੀ ਗੱਲ ਨਿਬੇੜਦਾ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕੋ ਆ। ਹਾਂਜੀ, ਕੋਈ ਗੱਲ ਨਹੀਂ, ਆਪਾਂ ਨੂੰ 10 ਮਿੰਟ ਹੋਰ ਲੱਗ ਜਾਣਗੇ, ਸਵਾਲ ਜਵਾਬ ਆਉਣ ਦਿਓ। ਕੋਈ ਗੱਲ ਨਹੀਂ ਬਾਈ, ਕੋਈ ਨਹੀਂ, ਹੁਣ ਆਪਾਂ ਕਿਸੇ ਨੂੰ ਜਵਾਬ ਹੀ ਨਹੀਂ ਦੇ ਸਕਦੇ। ਜਦੋਂ ਰਵਿਦਾਸੀਆ ਧਰਮ ਵਾਲਿਆਂ ਨੇ ਜਲੰਧਰ 'ਚ ਪਹਿਲੀ ਮੀਟਿੰਗ ਕੀਤੀ ਨਾ, ਮੈਂ ਉਸ ਮੀਟਿੰਗ ਦੇ ਵਿੱਚ ਸੀ। ਅਸੀਂ ਅੰਮ੍ਰਿਤ ਬਾਣੀ ਵੱਖਰੀ ਕਰ ਲਈ ਆ, ਮੈਂ ਵਾਕਫ ਕਰਕੇ ਆ ਗਿਆ ਸੀ। ਮੈਂ ਇਸ ਮੀਟਿੰਗ ਤੋਂ ਵਾਕਫ ਕਰਕੇ ਆਇਆ। ਮੈਂ ਕਿਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਇਸ ਵਿਚਾਰਧਾਰਾ ਨੂੰ ਤੋੜ ਕੇ ਇੱਕ ਫਿਰਕੇ ਤੱਕ ਜਾਣੀ ਚਾਹੁੰਦੇ ਹੋ। ਸੋ ਗੁਰੂ ਗ੍ਰੰਥ ਸਾਹਿਬ ਉਹ ਉਦਾਸੀ ਆ, ਉਹ ਇਨਕਲਾਬ ਹੈ ਜਿੱਥੇ ਰਵਿਦਾਸ ਜੀ ਵੀ ਆ, ਕਬੀਰ ਜੀ ਵੀ ਆ, ਨਾਮਦੇਵ ਜੀ ਵੀ ਆ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੱਕ। ਬਾਈ ਜੀ ਇੱਕ ਮਿੰਟ ਗੱਲ ਸੁਣਿਓ। ਉਹ ਵੀ ਇੱਕ ਵੱਡੀ ਸਾਜ਼ਿਸ਼ ਸੀ। ਉਹ ਪਿੱਛੇ ਕੌਣ ਕਰਾ ਰਿਹਾ ਸੀ? ਲੱਗ ਜਿਹੜਾ ਲੱਗ ਬਾਣੀ ਕਰਵਾ ਰਿਹਾ, ਪਿੱਛੇ ਸਾਜ਼ਿਸ਼ ਕੀ ਹੈ? ਪਿੱਛੇ ਸਾਜ਼ਿਸ਼ ਬਿਲਕੁਲ ਉਹ ਤਾਂ ਦੇਖੋ, ਇੱਕ ਗੱਲ ਨੂੰ ਸਮਝੋ ਬਾਈ, ਇੱਕ ਗੱਲ ਸਮਝ ਲਓ। ਮੈਂ ਬਾਹਲਾ ਸਮਾਂ ਨਹੀਂ ਲੈਣਾ, ਮੈਥੋਂ ਬਾਅਦ ਜਗਿੰਦਰ ਸਿੰਘ ਨੇ ਬੋਲਣਾ। ਮੈਂ ਇੱਕ ਗੱਲ ਕਹਿਣਾ, ਜੇ ਸਭ ਤੋਂ ਵੱਡੀ ਅਖੌਤੀਆਂ ਦੇ, ਮਨੂਵਾਦੀਆਂ ਦੇ, ਬ੍ਰਾਹਮਣਵਾਦੀਆਂ ਦੇ, ਪਖੰਡਵਾਦੀਆਂ ਦੇ ਸਭ ਤੋਂ ਜ਼ਿਆਦਾ ਕਿਸੇ ਨੇ ਚੋਟ ਕੀਤੀ ਹੈ, ਚਪੇੜ ਮਾਰੀ ਹੈ, ਖੰਡਨ ਕੀਤਾ ਹੈ, ਨੰਗੇ ਕੀਤੇ ਹੈ, ਤਾਂ ਗੁਰਬਾਣੀ ਨੇ ਕੀਤੇ। ਉਹ ਗੁਰੂ ਗ੍ਰੰਥ ਸਾਹਿਬ ਨੇ ਕੀਤੇ ਹੈ, ਗੁਰੂਆਂ ਨੇ ਕੀਤੇ ਹੈ। ਉਹਨੂੰ ਕਿਵੇਂ ਬਖਸ਼ਣਗੇ? ਉਹਨੂੰ ਕਿਵੇਂ ਬਖਸ਼ਣਗੇ? ਇਹ ਤੁਸੀਂ ਦੇਖੋ, ਆਪਾਂ ਵੀ ਕੀ ਕਰ ਰਹੇ ਹਾਂ? ਆਪਾਂ ਵੀ ਰਲ ਗੱਡ ਹੋ ਰਹੇ ਹਾਂ। ਆਪਾਂ ਵੀ ਉਹਨਾਂ ਦੀਆਂ ਜਿਹੜੀਆਂ ਮਨੌਤਾਂ ਨੇ ਉਹਦੇ 'ਚ ਫਸ ਰਹੇ ਹਾਂ। ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਮੜੀਆਂ ਪੂਜਣੀਆਂ, ਮੂਰਤੀਆਂ ਪੂਜਣੀਆਂ। ਬਿਲਕੁਲ, ਇਹ ਗੁਰੂ ਘਰ ਕਿਵੇਂ ਬਣਿਆ? ਡੋਡੀ ਰਵਿਦਾਸੀਆ ਸਿੱਖਾਂ ਦਾ ਅੱਡਾ ਹੈ, ਮਜ਼੍ਹਬੀ ਸਿੱਖਾਂ ਦਾ ਅੱਡਾ ਹੈ, ਜ਼ਿਮੀਂਦਾਰਾਂ ਦਾ ਅੱਡਾ। ਇਹੀ ਤਾਂ ਰੌਲਾ। ਸਿਵੇ ਅੱਡੋ ਅੱਡਾ, ਗੁਰਦੁਆਰੇ ਅੱਡੋ ਅੱਡਾ, ਮੜੀਆਂ ਅਸੀਂ ਵੰਡ ਲਈਆਂ। ਤਾਂ ਇੱਥੇ ਇਹੀ ਆਪਾਂ ਵਿਚਾਰ ਚਰਚਾ ਕਰਨ ਲਈ ਇਕੱਠੇ ਹੋਏ ਆ ਕਿ ਸਾਡਾ ਮਕਸਦ ਇੱਕ ਹੈ, ਤੇ ਇੱਕ ਤਾਂ ਹੋਇਆ ਜਾਊਗਾ ਜਿੰਨਾ ਚਿਰ ਅਸੀਂ ਗੁਰਬਾਣੀ ਤੋਂ ਸੇਧ ਨਹੀਂ ਲੈਂਦੇ, ਲੜ ਨਹੀਂ ਲੱਗਦੇ। ਇੱਥੇ ਹਾਲਾਤ ਮੈਂ ਹੋਰ ਦੇਖਦਾ ਹੁੰਦਾ, ਬੰਦੇ ਨੇ ਗਾਤਰਾ ਪਾਇਆ ਹੁੰਦਾ, ਅੰਮ੍ਰਿਤ ਛਕਿਆ ਹੁੰਦਾ, ਪਰ ਉਹ ਡੇਰੇ 'ਚ ਵੀ ਤੁਰਿਆ ਫਿਰਦਾ ਹੁੰਦਾ, ਉਹ ਸਾਧਾਂ ਦੇ ਤੁਰਿਆ ਫਿਰਦਾ, ਉਹ ਜੰਡਾਂ ਦੀ ਪੂਜਾ ਕਰਦਾ ਫਿਰਦਾ। ਸਹੀ ਗੱਲ ਆ। ਇਹ ਕਦੋਂ ਨਿਕਲੂਗਾ? ਤੁਸੀਂ ਇਹ ਦੇਖੋ, ਕਿਸਾਨ ਜਿਹਨੂੰ ਜੱਟ ਜ਼ਿਮੀਂਦਾਰ ਕਹਿੰਦੇ ਆ, ਹਰ ਦੇ ਖੇਤ ਦੇ ਵਿੱਚ ਮੱਠੀ ਬਣੀ ਪਈ ਹੈ, ਹੈਗੀ ਨਾ, ਲਾ ਕੇ 4 ਕਿੱਟਾਂ ਉੱਤੇ ਕਲੀ ਜੀ ਕਰ ਦਿੰਦੇ ਆ ਵੀ ਸਾਡਾ ਬਾਬਾ ਵੱਡ ਵਡੇਰਾ ਇੱਥੇ ਰਹਿਣ ਲੱਗ ਗਿਆ। ਕੇ ਉਹੀ ਬੰਦੇ ਦਾ ਅੰਮ੍ਰਿਤ ਛਕਿਆ ਹੁੰਦਾ ਹੈ। ਕੁੜੀਆਂ ਕਰੋ ਕਹਿੰਦਾ 10ਵੀਂ ਆ ਗਈ, 9ਵੀਂ ਆ ਗਈ, 11ਵੀਂ ਆ ਗਈ, 12ਵੀਂ ਆ ਗਈ, ਤਾਂ ਰੱਸੀ ਪਾਇਆ, ਬੰਦਾ ਉਧਰ ਨੂੰ ਤੁਰਿਆ ਜਾਂਦਾ ਹੁੰਦਾ। ਇਹ ਕਿਉਂ ਹੋ ਗਿਆ? ਕਿਉਂਕਿ ਅਸੀਂ ਮਾਨਸਿਕ ਤੌਰ ਤੇ ਇੰਨੇ ਬਿਮਾਰ ਹੋ ਗਏ, ਦਿਮਾਗੀ ਤੌਰ ਤੇ ਇੰਨੇ ਕਮਜ਼ੋਰ ਹੋ ਗਏ ਕਿ ਸਾਨੂੰ ਭਰੋਸਾ ਹੀ ਨਹੀਂ ਰਿਹਾ ਆਪਣੇ ਆਪ ਤੇ। ਹਰ ਬੰਦਾ ਮਾੜੀ ਜਿਹੀ ਵਿਪਤਾ ਪੈ ਗਈ, ਜਦੇ ਕਿਸੇ ਡੇਰੇ 'ਚ, ਕਿਸੇ ਤਾਗੇ ਵਾਲੇ ਕੋਲੇ, ਤਵੀਤ ਵਾਲੇ ਕੋਲੇ, ਪਾਣੀ ਵਾਲੇ ਕੋਲੇ, ਕਿਸੇ ਮੱਠੀ ਤੇ, ਉਹਦੀ ਭੱਜ ਜਾਂਦਾ। ਜਾਵੇ ਵੀ ਉਹ ਪਰ ਅਮਲ ਨਹੀਂ, ਗੁਰਬਾਣੀ ਦਾ ਅਮਲ ਹੀ ਹੈ ਨਹੀਂ ਕਿਤੋਂ। ਹਾਂ,
ਤੇ ਇਸ ਕਰਕੇ ਬਾਈ ਆਪਣੀ ਮੈਂ ਗੱਲ ਨੂੰ ਸਮਾਪਤ ਕਰਦਾ। ਬਹੁਤ ਗੱਲਾਂ ਹੋ ਗਈਆਂ, ਵਿਚਾਰ ਚਰਚਾ ਬੈਠ ਕੇ ਵੀ ਕਰਨੀ ਆ। ਹੁਣ ਮੇਰੇ ਤੋਂ ਬਾਅਦ ਜੋਗਿੰਦਰ ਸਿੰਘ ਜੀ ਹਾਂ ਬਸ ਹੁਣ ਸਵਾਲ ਦਾ ਜਵਾਬ ਬਾਈ ਮੈਂ ਥੱਲੇ ਬਹਿ ਕੇ ਦੇ ਦੇਣਾ। ਜਿਹੜੀਆਂ ਸਮੱਸਿਆਵਾਂ ਦਾ ਜਿਹੜਾ ਹੱਲ ਲੱਭਣ ਲਈ ਥੱਲੇ ਬੈਕ ਕਰ ਲਾਂਗੇ, ਥੱਲੇ ਬੈਕ ਕਰ ਲਾਂਗੇ, ਕੋਈ ਨਵਾਂ ਨਹੀਂ। ਉੱਥੇ ਬੈਠ ਕੇ ਸਮੱਸਿਆ ਦਾ ਅਸੀਂ ਹੱਲ ਲੱਭੀਏ। ਠੀਕ ਹੈ ਵੀ ਇਹ ਗੱਲਾਂ ਤਾਂ ਸਾਨੂੰ ਸਭ ਨੂੰ ਪਤਾ ਮੁਸ਼ਕਲਾਂ ਕੀ ਹੈਗੀਆਂ। ਸਾਰੇ ਜੋ ਹੈਗਾ ਜਾਤੀਵਾਦ ਦਾ, ਜਿਸ ਤਰ੍ਹਾਂ ਭੈਣ ਜੀ ਨੇ ਕਿਹਾ ਜਾਤੀਵਾਦ ਦਾ ਜਿਹੜਾ ਕਿੱਲਾ ਉਹ ਥੋੜਾ ਨਹੀਂ ਹੈ, ਉਹ ਬਹੁਤ ਵੱਡਾ ਹੈ। ਉਹ ਅੱਜ ਤੋਂ ਨਹੀਂ, ਕੋਈ ਸ਼ੁਰੂ ਤੋਂ ਨਹੀਂ ਹੈ। ਹੁਣ ਖਦਰਾਣੇ ਦੀ ਢਾਬ ਹੈ ਸ੍ਰੀ ਮੁਕਤਸਰ ਸਾਹਿਬ, ਉੱਥੇ 40 ਮੁਕਤਿਆਂ ਦੇ ਤਾਂ ਨਾਮ ਮਿਲਦੇ ਆ ਇਤਿਹਾਸ ਦੇ ਵਿੱਚ, ਜਿਨ੍ਹਾਂ ਨੇ ਗੁਰੂ ਸਾਹਿਬ ਦਾ ਮੇਰੇ ਦਿਲਾਂ ਦੇ ਵਿੱਚ ਉਹਨਾਂ ਲਈ ਵੀ ਸਤਿਕਾਰ ਹੈਗਾ। ਕਿਉਂਕਿ ਗੁਰੂ ਸਾਹਿਬ ਨੇ ਜੇ ਉਹਨਾਂ ਨੂੰ ਮਾਫ ਕਰ ਦਿੱਤਾ ਤੇ ਅਸੀਂ ਕੌਣ, ਸਾਡੀ ਕੀ ਔਕਾਤ ਹੈ। ਠੀਕ ਹੈ, ਖਦਰਾਣੇ ਦੀ ਢਾਬ ਦੇ ਵਿੱਚ 40 ਜਿਹੜੇ ਗੁਰੂ ਸਾਹਿਬ ਦਾ ਸਾਥ ਛੱਡ ਕੇ ਭੱਜੇ ਵਿਚਾਰ ਆ। ਆਪਾਂ ਕਰਦੇ ਆ ਬੈਠ ਕੇ। ਜੋਗਿੰਦਰ ਸਿੰਘ ਜੀ ਨੇ ਬੋਲਣਾ, ਸੋ ਮੈਂ ਸਾਰਾ ਤੁਸੀਂ ਅੱਜ ਚਿੰਤਾ ਕਰਦੇ ਹੋ, ਫਿਕਰ ਕਰਦੇ ਹੋ, ਇਕੱਠੇ ਹੋਏ ਆ, ਆਪਾਂ ਬੈਠ ਕੇ ਵਿਚਾਰਾ ਕਰਦੇ ਆ। ਧੰਨਵਾਦ ਸਾਰਿਆਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।